ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰਤ ਕਰਾਰ, ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ। ਤੇ ਅੱਜ ਇਸ ਸ਼ੋਅ ਦੇ ਵਿੱਚ ਗੱਲ ਹੋਏਗੀ ਪੰਥਕ ਮਸਲਿਆਂ ਦੀ, ਪੰਥਕ ਹਲਕਿਆਂ ਦੇ ਵਿੱਚ ਆਏ ਇੱਕ ਵੱਡੇ ਖਲਾਅ ਦੀ, ਪੰਥਕ ਸਿਆਸਤ ਦੇ ਵਿੱਚ ਆਏ ਵੱਡੇ ਖਲਾਅ ਦੀ। ਹਾਲ ਹੀ ਦੇ ਵਿੱਚ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਸੁਣਾਏ ਗਏ ਨੇ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਫੈਸਲੇ ਲਏ ਗਏ ਨੇ, ਉਹਨਾਂ ਨੇ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਕੀਤੇ ਨੇ। ਜਕੋ ਤੱਕੀ ਵਾਲੀ ਕੋਈ ਸਥਿਤੀ ਪੈਦਾ ਹੋਈ ਹੈ, ਉਹ ਸਥਿਤੀ ਕਿਵੇਂ ਦੂਰ ਹੋਏਗੀ, ਕੀ ਨਿਚੋੜ ਨਿਕਲੇਗਾ, ਇਹਦੇ ਪ੍ਰਣਾਮ ਕੀ ਹੋਣਗੇ, ਇਹਦੇ ਨਤੀਜੇ ਕੀ ਹੋ ਸਕਦੇ ਨੇ, ਔਰ ਕੀ ਇਹ ਸਭ ਕੁਝ ਠੀਕ ਚੱਲ ਰਿਹਾ ਹੈ, ਇਹ ਸਮਝਣ ਦੇ ਲਈ ਬੜਾ ਜ਼ਰੂਰੀ ਹੈ ਕਿ ਇਹਦੀ ਜੜ ਤੱਕ ਜਾਇਆ ਜਾਵੇ ਕਿ ਇਹ ਆਖਰਕਾਰ ਮਸਲਾ ਉਨਾ ਕੀ ਹੈ ਜਿੰਨਾ ਕੁ ਉੱਪਰ ਦਿਖ ਰਿਹਾ, ਜਾਂ ਇਹਦੇ ਪਿੱਛੇ ਕੁਝ ਹੋਰ ਵੀ ਹੈ, ਕਿ ਇਹਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਨੇ ਕਿ ਜਿਹੜੀਆਂ ਸਾਨੂੰ ਨਜ਼ਰ ਨਹੀਂ ਆਉਂਦੀਆਂ। ਇਹ ਤਮਾਮ ਗੱਲਾਂ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇੱਕ ਖਾਸ ਮਹਿਮਾਨ ਅੱਜ ਮੌਜੂਦ ਨੇ। ਕੁਲਦੀਪ ਸਿੰਘ ਗੜਗੜ ਸਾਹਿਬ ਮੌਜੂਦ ਨੇ, ਸਿੱਖ ਮਸਲਿਆਂ ਦੇ ਮਾਹਰ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੜਗੜ ਸਾਹਿਬ, ਤੁਸੀਂ ਇਸ ਪੂਰੇ ਮਸਲੇ ਤੋਂ ਭਲੀ ਭਾਂਤੀ ਜਾਣੂ ਹੋ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਕੁਝ ਚੱਲ ਰਿਹਾ, ਉਸ ਪੂਰੀ ਪ੍ਰਕਿਰਿਆ ਨੂੰ ਕਿਸ ਤਰ੍ਹਾਂ ਦੇਖਦੇ ਹੋ? ਖਾਸ ਤੌਰ ਤੇ ਪੰਥਕ ਸਿਆਸਤ ਦੇ ਵਿੱਚ ਆਇਆ ਜਿਹੜਾ ਖਲਾਅ ਹੈ, ਜਿਹੜਾ ਪਾੜਾ ਵੀ ਕਹਿ ਸਕਦੇ ਹਾਂ ਜਿਹੜਾ ਹੈਗਾ, ਤੇ ਕੀ ਉਹ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਲਈ ਜਾਂ ਪੰਥ ਦੇ ਲਈ ਜਾਂ ਪੰਥ ਦਰਦੀਆਂ ਦੇ ਲਈ ਇਹ ਠੀਕ ਹੈ ਜੋ ਚੱਲ ਰਿਹਾ? ਦੇਖੋ ਹਰਪ੍ਰੀਤ ਸਿੰਘ ਜੀ, ਗੱਲ ਇਹ ਹੈਗੀ ਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਥਕ ਹਿੱਤਾਂ ਲਈ ਜਾਂ ਪੰਜਾਬ ਦੇ ਲਈ ਵੱਡਾ ਸੰਘਰਸ਼ ਕਰਦਾ ਰਿਹਾ। 1947 ਤੋਂ ਪਹਿਲਾਂ ਵੀ ਅਕਾਲੀ ਦਲ ਦਾ ਬਹੁਤ ਵੱਡਾ ਸੰਘਰਸ਼ ਆ, ਤੇ 1947 ਤੋਂ ਬਾਅਦ ਜਦੋਂ ਭਾਸ਼ਾ ਦੇ ਆਧਾਰ ਦੇ ਉੱਤੇ ਸਟੇਟਾਂ ਬਣਾਉਣ ਦੀ ਗੱਲ ਆਈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੱਡੀ ਲੜਾਈ ਲੜੀ ਪੰਜਾਬੀ ਸੂਬੇ ਦੇ ਲਈ। ਔਰ ਮੈਂ ਦਾਅਵੇ ਦੇ ਨਾਲ ਇਹ ਕਹਿਣਾ ਕਿ ਜਿਹੜਾ ਆ ਮੌਜੂਦਾ ਪੰਜਾਬ ਆ, ਇਹ ਸਾਰੀ ਲੜਾਈ ਜਿਹੜੀ ਆ ਇਹ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਲੜੀ ਗਈ, ਤੇ ਇਹਦੇ ਜੁਝਾਰੂਆਂ ਨੇ ਇਹ ਲੜਾਈ ਲੜੀ। ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ, 66 ਤੋਂ ਬਾਅਦ ਵੀ, ਕਿਉਂਕਿ ਸਾਡਾ ਲੰਗੜਾ ਸੂਬਾ ਬਣਿਆ, ਅਕਾਲੀ ਦਲ ਟੇਕੇ ਨਹੀਂ ਬੈਠਾ। ਅਕਾਲੀ ਦਲ ਨੇ ਦੁਬਾਰਾ ਫੇਰ ਸੰਘਰਸ਼ ਕੀਤਾ, ਧਰਮ ਯੁੱਧ ਮੋਰਚਾ ਵੀ ਆ। ਹੁਣ ਜਿਹੜੀਆਂ ਧਿਰਾਂ ਜਾਂ ਕੁਛ ਰਾਜਸੀ ਪਾਰਟੀਆਂ ਇਹ ਨਹੀਂ ਚਾਹੁੰਦੀਆਂ ਵੀ ਕੋਈ ਅਕਾਲੀ ਦਲ ਇੱਥੋਂ ਦੀ ਖੇਤਰੀ ਪਾਰਟੀ ਜਾਂ ਪੰਥ ਤੇ ਪੰਜਾਬ ਦੀ ਪਾਰਟੀ ਉਹ ਹਮੇਸ਼ਾ ਸਿੱਖਾਂ ਦੀ ਆਵਾਜ਼ ਬੁਲੰਦ ਕਰਦੀ ਰਹੇ, ਉਹ ਸਮੇਂ-ਸਮੇਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਵੱਡੇ ਯਤਨ ਕਰਦੀ ਰਹੀ ਆ। ਹੁਣ ਜਿਹੜਾ ਮੌਜੂਦਾ ਸਾਡਾ ਸੰਤਾਪ ਚੱਲ ਰਿਹਾ, ਇਹਦਾ ਜੇ ਆਪਾਂ ਮੁੱਢ ਵੇਖਣਾ ਹੋਵੇ ਤੇ ਮੈਂ ਗੁਰਬਾਣੀ ਦੇ ਇੱਕ ਸ਼ਬਦ ਤੋਂ ਇਹਦਾ ਮੁੱਢ ਜਿਹੜਾ ਉਹ ਵੇਖਦਾ। ਉਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾ ਵੀ ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨ, ਕਹਿ ਦੋਖੜਾ ਸੜੇ ਹੋਏ ਕਾਲੀ ਹੋਈ ਆ ਦਿਓਰੀ, ਨਾਨਕ ਮੈਂ ਤਨ ਭੰਗ। ਵੀ ਕੋਈ ਪੱਬਰ ਬੜਾ ਸੋਹਣਾ ਸੀ, ਉੱਥੇ ਫੁੱਲ ਖਿੜੇ ਸੀ, ਉੱਥੇ ਪੰਛੀ ਚਹਿ ਚਹਾਰਾ ਸੀ। ਥੋੜੇ ਸਮੇਂ ਬਾਅਦ ਗਏ ਤੇ ਉੱਥੇ ਸੜਾਂ ਦਾ, ਉੱਥੇ ਪੰਛੀ ਨਹੀਂ, ਹਰਿਆਵਲ ਨਹੀਂ ਆ। ਤੇ ਗੁਰੂ ਸਾਹਿਬ ਨੇ ਪੁੱਛਿਆ ਵੀ ਤੇਰੀ ਇਹ ਦੁਰਦਸ਼ਾ ਕਿਉਂ ਹੋ ਗਈ? ਉਹਦਾ ਜਵਾਬ ਕੀ ਸੀ? ਜਾਣਾ। ਕਹਿੰਦਾ ਮੈਂ ਜਾਣਦਾ ਕਿਉਂ ਹੋਇਆ। ਪਾਣੀ ਨਾ ਲਹਾਂ ਜੇ ਸੇਤੀ ਮੇਰਾ ਸੰਗ, ਜਿਤ ਡਿਠੈ ਤਨ ਪਰਫੜੈ ਚੜ੍ਹੈ ਚਵੱਗਣ ਵੰਨ। ਵੀ ਮੇਰਾ ਸੰਬੰਧ ਪਾਣੀ ਦੇ ਸੋਮੇ ਨਾਲ ਹੀ। ਵਕਤ ਦੀਆਂ ਹਨੇਰੀਆਂ ਨੇ ਸਾਡੇ ਵਿੱਚ ਕੰਧ ਪੈਦਾ ਕਰਤੀ, ਬੰਨ ਬਣਾਤਾ, ਹੁਣ ਤਾਜ਼ਾ ਪਾਣੀ ਨਹੀਂ ਮਿਲਦਾ, ਤੇ ਮੇਰੀ ਇਹ ਦੁਰਦਸ਼ਾ ਆ ਗਈ। ਜਿਹੜੀ ਸਿੱਖ ਸਿਆਸਤ ਦੀ ਦੁਰਦਸ਼ਾ, ਮੈਂ ਉਹਦਾ ਇਹੋ ਹੀ ਕਾਰਨ ਸਮਝਦਾ। ਅਕਾਲੀ ਦਲ ਬਣਿਆ ਵਾ ਸ਼੍ਰੀ ਅਕਾਲ ਤਖਤ ਸਾਹਿਬ ਤੇ। ਅਕਾਲੀ ਦਾ ਅੱਜ ਕੱਲ੍ਹ ਇਹ ਸਵਾਲ ਵੀ ਕਈ ਕਰਦੇ ਆ ਨਾ ਵੀ SGPC 'ਚ ਅਕਾਲੀ ਦਲ ਦਾ ਕਿਉਂ ਦਖਲ ਆ ਜੀ? ਅਸਲ ਦੇ ਵਿੱਚ SGPC ਦਾ ਹਰਾਵਲ ਦਸਤਾ ਵਾ ਸ਼੍ਰੋਮਣੀ ਅਕਾਲੀ ਦਲ, ਇਹਨਾਂ ਨੂੰ ਲੱਗ ਆਪਾਂ ਕਰ ਹੀ ਨਹੀਂ ਸਕਦੇ। ਪਰ ਹਾਂ, ਕੁਛ ਗਲਤੀਆਂ ਹੋਈਆਂ ਜਿਨ੍ਹਾਂ ਕਰਕੇ ਜਿਹੜਾ ਸਾਡਾ ਮੂਲ ਹੀ, ਜੋ ਸਾਡਾ ਬੇਸ ਹੀ, ਅਸੀਂ ਉਹਦੇ ਤੋਂ ਕਿਤੇ ਨਾ ਕਿਤੇ ਟੁੱਟੇ ਥਿੜਕੇ। ਤੇ ਉਹ ਥਿੜਕਦਿਆਂ ਅੱਜ ਹਾਲਤ ਇਹ ਆ ਗਈ ਆ ਵੀ ਕੁਛ ਸਿੱਖ ਵਿਰੋਧੀ ਤਾਕਤਾਂ ਨੇ ਹੁਣ ਪੂਰਾ ਜ਼ੋਰ ਲਾਤਾ ਭਈ ਗਲਤੀਆਂ ਨੂੰ ਇੰਨਾ ਜ਼ਿਆਦਾ ਉਭਾਰ ਕੇ ਅਕਾਲੀ ਦਲ ਨੂੰ ਖਤਮ ਹੀ ਕਰ ਦਿਓ, ਮੁਕਾ ਹੀ ਦਿਓ, ਕਿਉਂਕਿ ਅਕਾਲੀ ਦਲ ਪੰਜਾਬ ਪੰਥ ਦੀ ਇੱਕੋ ਇੱਕ ਨੁਮਾਇੰਦਾ ਜਮਾਤ ਆ, ਦੂਜੀ ਨਹੀਂ ਹੈਗੀ। ਗੜਗੜ ਸਾਹਿਬ, ਇੱਕ ਸਵਾਲ ਜਿਹੜਾ ਦਬੇ ਸੁਰਾਂ ਦੇ ਵਿੱਚ ਕੁਝ ਅਕਾਲੀ ਲੀਡਰ ਵੀ ਪੁੱਛਦੇ ਨੇ ਜਾਂ ਕਹਿੰਦੇ ਨੇ ਕਿ ਦੇਖੋ ਇਹ ਜਦੋਂ ਸਾਰਾ ਮਸਲਾ ਚੱਲਿਆ ਤਾਂ ਸੁਖਬੀਰ ਬਾਦਲ ਜਾਂ ਕੁਝ ਹੋਰ ਆਗੂਆਂ ਦੇ ਖਿਲਾਫ ਸ਼ਿਕਾਇਤ ਲੈ ਕੇ ਇੱਕ ਧਿਰ ਜਾਂਦੀ ਹੈ, ਉਸ ਸ਼ਿਕਾਇਤ ਦੇ ਵਿੱਚ ਪਹਿਲਾਂ ਉਹ ਆਪਣਾ ਨਾਮ ਲਿਖਦੇ ਨੇ ਕਿ ਜਿਹੜੀਆਂ ਇਹ ਗਲਤੀਆਂ ਹੋਈਆਂ ਉਹਨਾਂ ਦੇ ਵਿੱਚ ਅਸੀਂ ਵੀ ਸ਼ਾਮਲ ਹਾਂ, ਅਸੀਂ ਵੀ ਉਸ ਵਕਤ ਕੈਬਨਿਟ ਦੇ ਵਿੱਚ ਸੀਗੇ, ਸਾਡਾ ਵੀ ਉਨਾ ਕਸੂਰ ਹੈ ਜਿੰਨਾ ਉਹਨਾਂ ਦਾ ਕਸੂਰ ਹੈ। ਪਰ ਉਹਨਾਂ ਨੂੰ ਨਾ ਤਾਂ ਤਨਖਾਹੀਆ ਘੋਸ਼ਿਤ ਕੀਤਾ ਗਿਆ, ਨਾ ਉਹਨਾਂ ਨੂੰ ਬੁਲਾਇਆ ਗਿਆ, ਨਾ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਈ। ਪਰ ਦੂਜੀ ਇੱਕ ਧਿਰ ਅਜਿਹੀ ਹੈ ਜਿਹਨੂੰ ਤਨਖਾਹੀਆ ਵੀ ਲਾ ਦਿੱਤਾ ਗਿਆ ਤੇ ਜਿਹਨੂੰ ਸਿਆਸੀ ਸਜ਼ਾ ਵੀ ਇੱਕ ਤਰ੍ਹਾਂ ਦੇ ਨਾਲ ਲਾ ਦਿੱਤੀ ਗਈ ਕਿ ਬਈ ਜਦ ਤੱਕ ਤੁਸੀਂ ਤਨਖਾਹੀਏ ਹੋ ਤਦ ਤੱਕ ਤੁਸੀਂ ਕੋਈ ਇਲੈਕਸ਼ਨ ਨਹੀਂ ਲੜ ਸਕਦੇ ਜਾਂ ਸਿਆਸੀ ਸਰਗਰਮੀਆਂ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ। ਦੂਜੀ ਧਿਰ ਹੈ ਜਿਹੜੀ ਉਹ ਸ਼ਰੇਆਮ ਜੰਮੂ ਕਸ਼ਮੀਰ ਦੀ ਇਲੈਕਸ਼ਨ ਦੇ ਵਿੱਚ BJP ਦੇ ਹੱਕ ਦੇ ਵਿੱਚ ਪ੍ਰਚਾਰ ਵੀ ਕਰਦੀ ਹੈ ਔਰ ਈਵਨ ਹੁਣ ਹੋਣ ਵਾਲੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਐਗਜ਼ੈਕਟਿਵ ਦੀਆਂ ਚੋਣਾਂ ਦੇ ਵਿੱਚ ਹਿੱਸਾ ਵੀ ਲੈ ਰਹੀ ਹੈ। ਦੇਖੋ ਹਰਪ੍ਰੀਤ ਜੀ, ਇਹ ਜਿਹੜਾ ਸਮੁੱਚਾ ਮਾਮਲਾ ਨਾ, ਇਹ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ,
ਅਕਾਲ ਤਖਤ ਸਾਹਿਬ ਤੇ ਪਹਿਲਾਂ ਬਾਗੀ ਗਏ, ਉਹਨਾਂ ਨੇ ਸ਼ਿਕਾਇਤ ਕੀਤੀ ਔਰ ਉਹਨਾਂ ਨੇ ਬਾਅਦ 'ਚ ਇਹ ਵੀ ਕਿਹਾ ਵੀ ਅਸੀਂ ਵੀ ਦੋਸ਼ੀ ਹਾਂ। ਬਿਲਕੁਲ। ਤੋ ਸਿੱਖ ਸੰਗਤਾਂ ਤੇ ਇਹ ਸਮਝਦੀਆਂ ਜਾਂ ਮੰਨਦੀਆਂ ਹੀ ਕਿ ਇਹ ਸਾਰੇ ਜਿਹੜੇ ਬੰਦੇ ਆ ਇੱਥੇ ਤਲਬ ਕੀਤੇ ਜਾਣਗੇ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਿੰਘ ਸਾਹਿਬ ਜਿਹੜੇ ਆ ਉਹਨਾਂ ਨੂੰ ਤਲਬ ਕਰਨ ਵੀ, ਔਰ ਮੈਨੂੰ ਤੇ ਇਹ ਲੱਗਦਾ ਵੀ ਇਹ ਸਾਰੇ ਤਨਖਾਹੀਏ ਘੋਸ਼ਿਤ ਹੋਣਗੇ ਤੇ ਹੋਣੇ ਵੀ ਚਾਹੀਦੇ ਕਿਉਂਕਿ ਜਿਹੜੇ ਦੋਸ਼ ਵਾ ਉਹ ਤੇ ਬਰਾਬਰ ਹੀ ਆ। ਮੈਂ ਤੇ ਬੜਾ ਸਪਸ਼ਟ ਹਾਂ ਵੀ ਜਿੱਦਣ ਸਮੇਧ ਸੈਣੀ ਨੂੰ, ਕਿਉਂਕਿ ਹੁਣ ਗੱਲ ਤੇ ਨਾ ਵੀ ਗਲਤੀਆਂ ਤੇ ਹੋਈਆਂ ਹੀ ਆ ਜੀ, ਜਿੱਦਣ ਸਮੇਧ ਸੈਣੀ ਨੂੰ ਡੀਜੀਪੀ ਲਾਇਆ ਵਾ ਉਦਣ ਇਹ ਜਿਹੜਾ ਬਾਗੀ ਧੜਾ ਵਾ ਇਹਨੇ ਵਿਰੋਧ ਕੀਤਾ ਜਾਂ ਇਹ ਪਾਰਟੀ ਤੋਂ ਬਾਹਰ ਆਇਆ ਜਾਂ ਇਹਨਾਂ ਨੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ? ਨਹੀਂ, ਵਿਰੋਧ ਤੇ ਇਹਨਾਂ ਨੇ 2019 ਦੇ ਵਿੱਚ ਆਣ ਕੇ ਸ਼ੁਰੂ ਕੀਤਾ। ਹੁਣ ਮਸਲਾ ਇਹ ਆ ਵੀ ਗਲਤੀਆਂ ਇਹਨਾਂ ਸਾਂਝੀਆਂ ਕੀਤੀਆਂ ਹੋਣ ਕਰਕੇ ਇਹ ਸਾਰੇ ਜਿਹੜੇ ਆ ਗੁਰੂ ਪੰਥ ਤੇ ਕਿਤੇ ਨਾ ਕਿਤੇ ਗੁਨਾਹਗਾਰ ਤੇ ਹੈਗੇ ਆ ਤੇ ਇਹਨਾਂ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ। ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਇਲੈਕਸ਼ਨ ਪ੍ਰੋਸੈਸ ਤੋਂ ਬਾਹਰ ਆ, ਉਹਨਾਂ ਨੇ ਖੁਦ ਵੀ ਚਲੋ ਜਿਹੜੇ ਉਹਨਾਂ ਨੇ ਪੱਤਰ ਦਿੱਤਾ, ਬੇਨਤੀ ਕੀਤੀ ਆ ਸ਼੍ਰੀ ਅਕਾਲ ਤਖਤ ਸਾਹਿਬ ਵੀ ਮੈਂ ਸਾਰੀਆਂ ਗਲਤੀਆਂ ਆਪਣੀ ਝੋਲੀ ਦੇ ਵਿੱਚ ਪਾਉਣਾ। ਨਾਲ ਦੀ ਨਾਲ ਜਗੀਰ ਕੌਰ ਕੈਬਨਿਟ ਦੇ ਵਿੱਚ ਵੀ ਆ ਬੀਬੀ, ਉਹ ਜਿਹੜੀ ਆ ਉਦੋਂ ਵੀ ਇਹਨਾਂ ਨੂੰ ਇੱਕ ਚਿੱਠੀ ਗਈ ਆ। ਉਹਦੇ ਤੋਂ ਬਾਅਦ ਕੁਝ ਸਿੱਖਾਂ ਦੇ ਵੱਲੋਂ ਇਹਨਾਂ ਦੇ ਖਿਲਾਫ ਕੁਝ ਸ਼ਿਕਾਇਤਾਂ ਵੀ ਗਈਆਂ ਰਹਿਤ ਨਾਲ ਸੰਬੰਧਿਤ ਜਾਂ ਕੁਝ ਹੋਰ ਮਸਲੇ ਆ। ਪਰ ਬੀਬੀ ਜਗੀਰ ਕੌਰ ਜਿਹੜੇ ਆ ਉਹ ਐਸਜੀਪੀਸੀ ਪ੍ਰਧਾਨ ਦੀ ਇਲੈਕਸ਼ਨ ਲੜ ਰਹੇ ਆ। ਮਤਲਬ ਮੈਂ ਕਹਿੰਦਾ ਭਾਵੇਂ ਰੋਕ ਨਾ ਹੀ ਲੱਗੀ ਅਕਾਲ ਤਖਤ ਸਾਹਿਬ ਵੱਲੋਂ, ਉਹਨਾਂ ਨੇ ਕੋਈ ਇਹ ਨਹੀਂ ਕਿਹਾ ਗਿਆ ਵੀ ਤੁਸੀਂ ਲੜੋ ਜਾਂ ਨਾ ਲੜੋ, ਪਰ ਕੀ ਬੀਬੀ ਜਗੀਰ ਕੌਰ ਦੀ ਇਹ ਨੈਤਿਕ ਜ਼ਿੰਮੇਵਾਰੀ ਨਹੀਂ ਬਣਦੀ ਕਿ ਜਿੰਨਾ ਚਿਰ ਤੱਕ ਮੇਰਾ ਕੇਸ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਤੇ ਮੈਂ ਉਹਨਾਂ ਚਿਰ ਤੱਕ ਕੋਈ ਇਦਾਂ ਦੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਨਾ ਪਾਵਾਂ। ਇਲੈਕਸ਼ਨ ਵੀ ਕਿਹੜੀ ਆ, ਇਲੈਕਸ਼ਨ ਹੈਗੀ ਆ ਐਸਜੀਪੀਸੀ ਦੀ ਪ੍ਰਧਾਨਗੀ ਦੀ, ਜਿਹੜੀ ਸਿੱਖਾਂ ਦੀ ਸਰਮੌਰ ਧਾਰਮਿਕ ਸੰਸਥਾ, ਤੇ ਉਹ ਸਰਮੌਰ ਧਾਰਮਿਕ ਸੰਸਥਾ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਥੱਲੇ ਆ, ਜਦੋਂ ਆਪਣਾ ਹੀ ਇਹਨਾਂ ਦਾ ਮਾਮਲਾ ਉੱਥੇ ਪਿਆ ਤੇ ਫਿਰ ਇਹਨਾਂ ਦੀ ਆਪਣੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਸੀ ਵੀ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦੇ ਆ ਇਹ ਜਿਹੜੀ ਇਲੈਕਸ਼ਨ ਨਾ ਲੜੀਏ। ਜਾਂ ਇਹ ਵੀ ਹੋ ਸਕਦਾ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਗੀ ਲਈ ਜਾਂਦੀ ਪਹਿਲਾਂ, ਕਿ ਜਿਵੇਂ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਪ੍ਰਵਾਨਗੀ ਲਈ ਜਾਵੇ ਪਰ ਇਹਨਾਂ ਨੂੰ ਨਹੀਂ ਮਿਲੀ, ਤਾਂ ਘੱਟੋ ਘੱਟ ਇਹ ਕਿਹਾ ਜਾ ਸਕਦਾ ਸੀਗਾ ਕਿ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਹੈ ਜੀ, ਕੀ ਮੈਂ ਇਸ ਤਰ੍ਹਾਂ ਦੀ ਇਲੈਕਸ਼ਨ ਦੇ ਵਿੱਚ ਹਿੱਸਾ ਲੈ ਸਕਦੀ ਹਾਂ ਕਿ ਨਹੀਂ ਲੈ ਸਕਦੀ? ਬਿਲਕੁਲ ਜੀ, ਇਹਨਾਂ ਨੂੰ ਉੱਥੇ ਜਾਣਾ ਚਾਹੀਦਾ। ਅੱਗੋਂ ਪਿੱਛੋਂ ਤੇ ਬਹੁਤ ਜਾਂਦੇ ਆ ਸ਼ਿਕਾਇਤਾਂ ਲੈ ਕੇ, ਤੇ ਜੇ ਇਸ ਮਾਮਲੇ ਸੰਬੰਧੀ ਚਲੇ ਜਾਂਦੇ ਕੌਮ ਲਈ ਇੱਕ ਚੰਗੀ ਗੱਲ ਹੀ ਹੈਗੀ, ਪੁੱਛ ਲੈਂਦੇ ਉਹਨਾਂ ਨੇ। ਕਿਉਂਕਿ ਵੇਖੋ ਬੀਬੀ ਜਗੀਰ ਕੌਰ ਦਾ ਸਪਸ਼ਟੀਕਰਨ ਗਿਆ ਪਰ ਇਸ ਮਾਮਲੇ ਦੇ ਉੱਤੇ ਅਜੇ ਕੋਈ ਫੈਸਲਾ ਤੇ ਨਹੀਂ ਨਾ ਆਇਆ, ਤੇ ਮਤਲਬ ਸਾਰੀ ਸੰਗਤ ਜਾਂ ਗੁਰੂ ਪੰਥ ਤੇ ਇਹ ਗੱਲ ਨੂੰ ਦੇਖ ਹੀ ਰਿਹਾ। ਤਾਂ ਮੈਂ ਇਹ ਸਮਝਦਾ ਕਿ ਬੀਬੀ ਜਗੀਰ ਕੌਰ ਦੀ ਆਪਣੀ ਇੱਕ ਨੈਤਿਕ ਜ਼ਿੰਮੇਵਾਰੀ ਆ, ਕਿਉਂਕਿ ਉਹ ਕਈ ਵਾਰੀ ਆਪ ਐਸਜੀਪੀਸੀ ਦੇ ਪ੍ਰਧਾਨ ਰਹੇ ਔਰ ਉਹਨਾਂ ਨੂੰ ਮਰਿਆਦਾ ਦਾ ਪਾਠ ਤੇ ਕੋਈ ਪੜ੍ਹਾ ਨਹੀਂ ਸਕਦਾ, ਸਾਡੇ ਨਾਲੋਂ ਵੱਧ ਜਾਣਦੇ, ਬੜੇ ਸਿਆਣੇ ਆ, ਬੜੇ ਸੁਲਝੇ ਹੋਏ ਆ। ਇਸ ਕਰਕੇ ਅਜੇ ਵੀ ਉਹਨਾਂ ਨੂੰ ਮਤਲਬ ਮੈਂ ਕਹਿੰਦਾ ਨੈਤਿਕ ਤੌਰ ਤੇ ਕਿਤੇ ਨਾ ਕਿਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਗੀ ਆਪ ਹੀ ਲੈਣੀ ਚਾਹੀਦੀ। ਅੱਛਾ ਗੜਗੜ ਸਾਹਿਬ, ਇੱਕ ਇਹ ਵੀ ਗੱਲ ਬੜੀ ਚਰਚਾ ਦੇ ਵਿੱਚ ਹੈਗੀ ਹੈ, ਸਿੱਖ ਹਲਕਿਆਂ ਦੇ ਵਿੱਚ ਬੜੀ ਚਰਚਾ ਦੇ ਵਿੱਚ ਹੈਗੀ ਹੈ ਕਿ ਇਹ ਪਹਿਲੀ ਵਾਰੀ ਨਹੀਂ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਦਾਂ ਦਾ ਕੋਈ ਮਸਲਾ ਆਇਆ ਹੋਵੇ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਸਲੇ ਹੋਏ ਔਰ ਇਹ ਵੀ ਪਹਿਲੀ ਵਾਰੀ ਨਹੀਂ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਬਾਰੇ ਜਾਂ ਹੋਰ ਜਥੇਦਾਰ ਸਾਹਿਬਾਨਾਂ ਬਾਰੇ ਕਿਸੇ ਨੇ ਕੋਈ ਸ਼ਬਦਾਵਲੀ ਇੱਦਾਂ ਦੀ ਬੋਲੀ ਹੋਵੇ। ਇੱਥੋਂ ਤੱਕ ਵੀ ਕਿਹਾ ਗਿਆ ਕਿ ਇਹ ਲਿਫਾਫੇ ਵਾਲੇ ਜਥੇਦਾਰ ਨੇ, ਇੱਥੋਂ ਤੱਕ ਵੀ ਉਹਨਾਂ ਨੂੰ ਚੈਲੰਜ ਕੀਤਾ ਗਿਆ ਕਿ ਅਸੀਂ ਇਹਨਾਂ ਨੂੰ ਜਥੇਦਾਰ ਹੀ ਨਹੀਂ ਮੰਨਦੇ, ਪਰ ਕਦੇ ਵੀ ਉਹਨਾਂ ਲੋਕਾਂ ਨੂੰ ਨਾ ਤਾਂ ਤਲਬ ਕੀਤਾ ਗਿਆ, ਨਾ ਕੋਈ ਸਜ਼ਾ ਸੁਣਾਈ ਗਈ, ਨਾ ਉਹਨਾਂ ਬਾਰੇ ਕੁਝ ਬੋਲਿਆ ਗਿਆ। ਫਿਰ ਇਹ ਦੋਹਰਾ ਮਾਪਦੰਡ ਕਿਉਂ ਲੱਗਦਾ ਹੈ? ਇਹ ਕਿਉਂਕਿ ਸਿੱਖ ਹਲਕਿਆਂ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਦੋਹਰਾ ਮਾਪਦੰਡ ਕਿਉਂ? ਦੇਖੋ ਜੀ, ਜਿੱਥੋਂ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੀ ਗੱਲ ਆ, ਮੈਂ ਕੁਝ ਵੀ ਨਹੀਂ ਕਹਿ ਸਕਦਾ, ਉਹ ਸਿੰਘ ਸਾਹਿਬ ਦਾ ਆਪਣਾ ਅਧਿਕਾਰ ਆ। ਪਰ ਜਿਹੜੇ ਬੰਦੇ ਕਿਸੇ ਵੀ ਪਾਰਟੀ ਦੇ ਵਿੱਚ ਆ, ਪਹਿਲੀ ਗੱਲ ਮੈਂ ਸਪਸ਼ਟ ਕਰਦਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਸਿਰਫ ਸ਼੍ਰੋਮਣੀ ਅਕਾਲੀ ਦਲ ਲਈ ਨਹੀਂ ਆ, ਉਹ ਸਮੁੱਚੇ ਸੰਸਾਰ ਦੇ ਸਿੱਖਾਂ ਲਈ ਆ। ਕਿਤੇ ਵੀ ਕੋਈ ਸਿੱਖ ਜਿਹੜਾ ਵਾ ਉਹ ਧਾਰਮਿਕ ਅਵਿਗਿਆ ਕਰਦਾ ਜਾਂ ਸਿੱਖ ਹਿੱਤਾਂ ਨੂੰ ਕਿਤੇ ਵੀ ਨੁਕਸਾਨ ਪਹੁੰਚਾਉਂਦਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਤਲਬ ਕਰ ਸਕਦਾ। ਫਿਰ ਅੱਗੇ ਤਿੰਨ ਚੀਜ਼ਾਂ ਹੁੰਦੀਆਂ, ਇੱਕ ਹੁੰਦੇ ਹੁਕਮਨਾਮੇ, ਜੇ ਤਲਬ ਤੇ ਵੇਖੋ ਸਿੱਖ ਹੀ ਕੀਤੇ ਜਾ ਸਕਦੇ ਆ। ਜੇ ਕੋਈ ਸਿੱਖ ਹੋ ਕੇ ਪਤਿਤ ਹੋ ਗਿਆ ਤੇ ਉਹ ਤਖਤਾਂ ਦੇ ਉੱਤੇ ਤਲਬ ਨਹੀਂ ਹੁੰਦਾ, ਨਾ ਸਿੰਘ ਸਾਹਿਬ ਕਰਦੇ ਆ। ਦੂਜੇ ਹੁੰਦੇ ਆ ਆਦੇਸ਼, ਤੀਜੇ ਹੁੰਦੇ ਆ ਸੰਦੇਸ਼। ਸਮੇਂ-ਸਮੇਂ ਦੇ ਉੱਤੇ ਹੁਕਮਨਾਮੇ, ਆਦੇਸ਼, ਸੰਦੇਸ਼ ਨਿਕਲੇ ਆ। ਜਿਵੇਂ ਮੰਨ ਲਓ ਵੀ ਆਰਐਸਐਸ ਦੇ ਬਾਰੇ 2004 ਦੇ ਵਿੱਚ ਇੱਕ ਸੰਦੇਸ਼ ਨਿਕਲਿਆ, ਉਦੋਂ ਸਿੰਘ ਸਾਹਿਬ ਹੀ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਤੇ ਬਾਕੀ ਸਿੰਘ ਸਾਹਿਬ ਨੇ ਉੱਤੇ ਦਸਤਖਤ ਕੀਤੇ। ਉਹ ਜਿਹੜਾ ਸੰਦੇਸ਼ ਹੈਗਾ ਉਹ ਕੀ ਸੀ ਵੀ ਆਰਐਸਐਸ ਸਰਬ ਸਾਂਝੀ ਗੁਰਬਾਣੀ ਦੇ ਨਾਮ ਦੇ ਉੱਤੇ, ਕਿਉਂਕਿ ਉਦੋਂ ਮਹਾਰਾਜ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਹੀ ਇੱਕ ਵੱਡੀ ਯਾਤਰਾ ਕੱਢ ਰਹੀ ਔਰ ਉਹ ਦਾਅਵਾ ਕਰ ਰਹੀ ਸੀ ਵੀ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਬੜੀ
ਸਾਨੂੰ ਸਪੋਰਟ ਮਿਲ ਰਹੀ ਆ, ਦੂਜੇ ਤਖਤਾਂ ਤੋਂ ਮਿਲ ਰਹੀ ਆ, ਉਦੋਂ ਉਹਨਾਂ ਨੇ ਸਪਸ਼ਟ ਕੀਤਾ ਕਿਉਂਕਿ ਉਹ ਸਮਝਦੇ ਵੀ ਇਹਨਾਂ ਦੀ ਭਾਵਨਾ ਜਿਹੜੀ ਆ ਉਹ ਸਿੱਖਾਂ ਦਾ ਭਗਵਾਂਕਰਨ ਕਰਨਾ ਤੇ ਗੁਰਬਾਣੀ ਨੂੰ ਵੇਦਾਂ ਦਾ ਪੰਜਵਾਂ ਵੇਦ ਕਹਿਣਾ ਜਿਵੇਂ ਇਹ ਕਹਿੰਦੀ ਆਰਐਸਐਸ। ਉਦੋਂ ਫਿਰ ਕਿਉਂਕਿ ਉਹਨਾਂ ਨੂੰ ਤਲਬ ਤੇ ਕੀਤਾ ਨਹੀਂ ਜਾ ਸਕਦਾ ਆਰਐਸਐਸ ਨੂੰ, ਸਿੱਖ ਵਿਰੋਧੀ ਆ, ਪਰ ਸੰਦੇਸ਼ ਨਿਕਲਿਆ ਭਈ ਸਿੱਖ, ਉਹ ਸੰਦੇਸ਼ ਕਿਹਦੇ ਲਈ? ਸਿੱਖਾਂ ਲਈ ਆ, ਆਰਐਸਐਸ ਲਈ ਨਹੀਂ ਆ। ਉਹ ਸੰਦੇਸ਼ ਸਿੱਖਾਂ ਲਈ ਆ ਵੀ ਤੁਸੀਂ ਭਈ ਇਹਨਾਂ ਦੇ ਨਾਲ ਕੋਈ ਸਹਿਯੋਗ ਨਾ ਕਰੋ, ਕੋਈ ਸਿੰਘ ਸਭਾ, ਕੋਈ ਸਾਡੀ ਕਮੇਟੀ, ਕੋਈ ਵੀ ਸਹਿਯੋਗ ਨਾ ਕਰੇ। ਇਸੇ ਤਰੀਕੇ ਦੇ ਨਾਲ ਜਦੋਂ ਕੋਈ ਮੰਨ ਲਓ ਸਿੱਖ ਆ ਪਰ ਪਤਤ ਆ, ਜਿਵੇਂ ਹੁਣ ਆਪਾਂ ਦੇਖੀਏ ਜੇ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਅਵਗਿਆ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਤਲਬ ਨਹੀਂ ਕੀਤਾ ਜਾ ਸਕਦਾ, ਉਹਨਾਂ ਦੇ ਖਿਲਾਫ ਸੰਦੇਸ਼ ਜਾਂ ਆਦੇਸ਼ ਨਿਕਲ ਸਕਦੇ ਨੇ। ਸੰਦੇਸ਼ ਨਿਕਲ ਸਕਦਾ ਸੰਗਤ ਲਈ ਸੰਦੇਸ਼, ਜਿਵੇਂ ਮੰਨ ਲਓ ਵੜਿੰਗਾ, ਰਾਜੇ ਵੜਿੰਗ ਨੇ ਬੜੀ ਗੈਰਵਾਜਬ ਟਿੱਪਣੀ ਕੀਤੀ ਆ, ਇਹਨੂੰ ਨਹੀਂ ਕਰਨੀ ਚਾਹੀਦੀ, ਪਰ ਇਹਦਾ ਇੱਕ ਸੁਭਾਅ ਬਣਿਆ ਆ, ਇਹ ਵਾਰ-ਵਾਰ ਕਰਦਾ ਹੈ, ਸਿੱਖਾਂ ਦੇ ਦਿਲਾਂ ਨੂੰ ਇਹ ਚੀਰਦਾ ਵੀ ਕਈ ਵਾਰੀ। ਤਾਂ ਸੰਦੇਸ਼ ਹੋ ਸਕਦਾ, ਵੇਖਣਾ ਅਕਾਲ ਤਖਤ ਸਾਹਿਬ ਨੇ ਆ, ਸੰਦੇਸ਼ ਹੋ ਸਕਦਾ ਵਾ ਵੀ ਸਿੱਖ ਸੰਗਤ ਇਹਨੂੰ ਮੂੰਹ ਨਾ ਲਾਵੇ। ਇਹ ਸਿੱਖ ਹਲਕਿਆਂ 'ਚ ਕਿਤੇ ਨਾ ਕਿਤੇ ਚਰਚਾ ਚੱਲ ਵੀ ਰਹੀ, ਕਿਉਂਕਿ ਇਹਦੀ ਪਹਿਲੀ ਗਲਤੀ ਨਹੀਂ ਆ ਜਾਂ ਇਹ ਸਹਿ ਸੁਭਾਅ ਗਲਤੀ ਨਹੀਂ ਆ, ਬੰਦਾ ਆਪਣੇ ਮੂੰਹ ਆਪ ਕੱਢ ਰਿਹਾ, ਉਹ ਕਹਿ ਰਿਹਾ ਵੀ ਇਹ ਮਤਲਬ ਜਿਹੜੀ ਸਕ੍ਰਿਪਟਡ ਆ ਇਹ ਇਕੱਠਾ ਹੀ ਆ। ਹੁਣ ਉੱਥੇ ਸੰਦੇਸ਼ ਹੋ ਸਕਦਾ ਸਿੱਖ ਸੰਗਤ ਦੇ ਨਾਂ ਤੇ, ਪਰ ਮੈਂ ਫੇਰ ਕਹਿੰਦਾ ਵੀ ਇਹ ਜਥੇਦਾਰ ਸਾਹਿਬ ਨੇ ਵੇਖਣਾ, ਸਿੰਘ ਸਾਹਿਬ ਨੇ ਵੇਖਣਾ, ਪਰ ਸਿੱਖ ਰਵਾਇਤਾਂ ਦੇ ਵਿੱਚ ਹੁਕਮਨਾਮੇ, ਆਦੇਸ਼, ਸੰਦੇਸ਼ ਇਹ ਤਰੀਕੇ ਦੇ ਨਾਲ ਨਿਕਲਦੇ ਰਹੇ। ਬਾਕੀ ਕਿਉਂਕਿ ਅਕਾਲੀ ਦਲ ਜਿਹੜਾ ਵਾ ਇਹਦੀ ਸਥਾਪਨਾ ਹੀ ਇੱਥੋਂ ਹੋਈ ਆ, ਸ਼੍ਰੀ ਅਕਾਲ ਤਖਤ ਸਾਹਿਬ ਤੋਂ। ਅਕਾਲੀ ਦਾ ਮਤਲਬ ਹੀ ਅਕਾਲ ਤਖਤ ਨੂੰ ਮੰਨਣ ਵਾਲਾ ਤੇ ਅਕਾਲ ਨੂੰ ਮੰਨਣ ਵਾਲਾ, ਇਸ ਕਰਕੇ ਜ਼ਿਆਦਾ ਸਮਰਪਿਤ ਹੈ, ਜ਼ਿਆਦਾ ਨਹੀਂ ਮੰਨਦੇ ਹੀ ਆ ਨਾ, ਅਕਾਲੀ ਦਲ ਤੇ ਮੰਨਦਾ ਹੀ ਆ। ਇਹ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਵੀ ਜ਼ਿਆਦਾ ਬਣ ਜਾਂਦੀ ਹੈ। ਇਹੋ ਹੀ ਮਸਲਾ ਹੈਗਾ ਵੀ ਇਹਨਾਂ ਦੀ ਜ਼ਿੰਮੇਵਾਰੀ ਵੀ ਜ਼ਿਆਦਾ, ਔਰ ਇਹ ਜ਼ਿੰਮੇਵਾਰੀ ਨਿਭਾਉਂਦੇ ਵੀ ਆ ਤੇ ਨਿਭਾਉਣੀ ਵੀ ਚਾਹੀਦੀ ਹੈ। ਇੱਕ ਕੁਝ ਤਰ੍ਹਾਂ ਇਹ ਵੀ ਸਵਾਲ ਚੁੱਕ ਰਹੀਆਂ ਨੇ ਕਿ ਇੱਕ ਨਵੀਂ ਪਿਰਤ ਦੀ ਸ਼ੁਰੂਆਤ ਹੋਈ ਆ ਹਾਲ ਹੀ ਦੇ ਵਿੱਚ। ਤੁਹਾਨੂੰ ਪਤਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਜਾਂ ਹੋਰ ਜਥੇਦਾਰ ਸਾਹਿਬਾਨਾਂ ਵੱਲੋਂ ਇੱਕ ਫੈਸਲਾ ਸਿਆਸੀ ਤੌਰ ਤੇ ਲਿਆ ਗਿਆ ਕਿ ਫਲਾਣੇ ਬੰਦੇ ਨੂੰ ਪਾਰਟੀ ਦੇ ਵਿੱਚੋਂ ਹਟਾ ਦਿੱਤਾ ਜਾਵੇ। ਇਸ ਤੋਂ ਪਹਿਲਾਂ ਉਹ ਕਿਹਾ ਜਾਂਦਾ ਸੀ ਕਿ ਧਰਮ ਦੀ ਮਰਿਆਦਾ ਦੇ ਵਿੱਚ ਰਹਿ ਕੇ ਹੀ ਫੈਸਲੇ ਸੁਣਾਏ ਜਾਂਦੇ ਸੀ। ਉਹਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ? ਦੇਖੋ ਜੀ, ਫੈਸਲੇ ਧਰਮ ਦੀ ਮਰਿਆਦਾ ਦੇ ਵਿੱਚ ਹੁੰਦੇ ਆ, ਸਿੱਖ ਇਤਿਹਾਸ ਦੀ ਰੋਸ਼ਨੀ ਦੇ ਵਿੱਚ ਹੁੰਦੇ ਆ, ਤੇ ਗੁਰੂ ਪਾਤਸ਼ਾਹ ਦਾ ਜਿਹੜਾ ਬਿਰਦ ਵਾ ਉਹਦੇ ਸੁਭਾਅ ਦੇ ਮੁਤਾਬਕ ਹੁੰਦੇ ਆ, ਵਕਤ ਦੇ ਮੁਤਾਬਕ, ਹਾਲਾਤਾਂ ਦੇ ਮੁਤਾਬਕ। ਜਿਵੇਂ ਸੁਰਜੀਤ ਸਿੰਘ ਬਰਨਾਲੇ ਦੇ ਵੇਲੇ ਵੀ ਇੱਕ ਵਾਰੀ ਆ ਗਿਆ ਸੀ ਵੀ ਉਹਨੇ ਹੁਕਮਨਾਮਾ ਜਿਹੜਾ ਸੀ ਅਕਾਲ ਤਖਤ ਸਾਹਿਬ ਦਾ ਮੰਨਿਆ ਨਹੀਂ, ਉਹ ਛੇਕਿਆ ਵੀ ਗਿਆ, ਪਰ ਉਹ ਜਿਵੇਂ ਹੀ ਤੁਰੰਤ ਮਾਫੀ ਮੰਗਦਾ ਉਹਨੂੰ ਦੁਬਾਰਾ ਵਾਪਸ ਵੀ ਕਰ ਲਿਆ ਗਿਆ। ਤਾਂ ਮੈਨੂੰ ਲੱਗਦਾ ਵੀ ਇਹ ਸੰਭਾਵਨਾਵਾਂ ਹੁੰਦੀਆਂ ਵਾ, ਜੇ ਕੋਈ ਅੱਜ ਇਦਾਂ ਦੀ ਕਾਰਵਾਈ ਹੋਈ ਆ, ਕੱਲ ਨੂੰ ਸਿੱਖ ਵਾਰ-ਵਾਰ, ਮੈਂ ਫਿਰ ਇੱਥੇ ਗੱਲ ਸਪਸ਼ਟ ਕਰਦਾ, ਜਿਹੜੇ ਤਖਤ ਸਾਹਿਬ ਆ ਸਰਵਉੱਚ ਆ, ਠੀਕ ਹੈ, ਇੱਥੇ ਨਿਮਰਤਾ ਦੇ ਨਾਲ ਅਸੀਂ ਵਾਰ-ਵਾਰ ਜਾਣਾ ਵੀ ਆ, ਨਿਮਰਤਾ ਦੇ ਨਾਲ ਸਾਡੀ ਗੱਲ ਸੁਣੀ ਜਾ ਸਕਦੀ ਆ। ਮੈਂ ਜਾਂ ਕੋਈ ਵੀ ਆ ਹੈਂਕੜ ਇੱਥੇ ਨਹੀਂ ਚੱਲ ਸਕਦੀ, ਨਿਮਰਤਾ ਹੀ ਚੱਲੂਗੀ। ਹਾਂ, ਜੇ ਕੋਈ ਅੱਜ ਫੈਸਲਾ ਆਇਆ ਵਾ ਸਿੱਖ ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਅਸੀਂ ਜੇ ਗਲਤੀਆਂ ਕਰਦੇ ਵੀ ਆ, ਪਰ ਫਿਰ ਉਹਦੇ ਸਵਾਮੀ ਦੇ ਦਰ ਤੇ ਢਹਿਣਾ ਹੀ ਆ। ਤਾਂ ਜੇ ਅੱਜ ਫੈਸਲਾ ਆਇਆ ਉਹ ਫਿਰ ਮਾਲਕ ਦੇ ਦਰ ਤੇ ਢਹਿਣਗੇ ਤੇ ਮਾਲਕ ਦੇ ਦਰ ਤੋਂ ਬਖਸ਼ੇ ਵੀ ਜਾ ਸਕਦੇ। ਪਰ ਪਿਛਲੇ ਕੁਛ ਇਤਿਹਾਸ ਦੇ ਵਿੱਚ ਇਹ ਵੀ ਹੈਗਾ, ਜਿਵੇਂ ਜਿਹੜੀ ਬੀਬੀ ਜਗੀਰ ਕੌਰ ਸੀ, ਇਹਨੂੰ ਛੇਕਤਾ ਹੈ ਗਿਆਨੀ ਪੂਰਨ ਸਿੰਘ ਹੁਣਾਂ ਨੇ, ਉਦੋਂ ਕਈ ਮਸਲੇ ਖੜੇ ਹੋਏ, ਔਰ ਕੱਲਾ ਇਹਨਾਂ ਨੂੰ ਨਹੀਂ ਛੇਕਿਆ ਹੈ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਹੀ ਸਿੰਘ ਸਾਹਿਬ ਭਾਈ ਮਨਜੀਤ ਸਿੰਘ, ਦਮਦਮਾ ਸਾਹਿਬ ਦੇ ਜਥੇਦਾਰ ਹੀ ਗਿਆਨੀ ਕੇਵਲ ਸਿੰਘ, ਇਹ ਵੀ ਛੇਕਤੇ, ਤਖਤਾਂ ਦੇ ਜਥੇਦਾਰ ਵੀ ਛੇਕਤੇ। ਪਰ ਜਿੱਦਣ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਸਿੰਘ ਸਾਹਿਬ ਬਣੇ ਤੇ ਉਹਨਾਂ ਨੇ ਸਾਰੇ ਹੁਕਮਨਾਮੇ ਜਿਹੜੇ ਇਹ ਵਿਡਰਾ ਵੀ ਕਰ ਲਏ, ਕੋਈ ਇਦਾਂ ਦੇ ਵੀ ਕੁਛ ਹੁੰਦਾ ਰਿਹਾ। ਪਰ ਇਹਦੇ ਸਿੰਘ ਸਾਹਿਬ ਦਾ ਅਧਿਕਾਰ ਆ, ਅਸੀਂ ਸਿਰਫ ਉਹਨਾਂ ਨੂੰ ਬੇਨਤੀ ਕਰ ਸਕਦੇ ਹਾਂ, ਕੋਈ ਸਲਾਹ ਨਹੀਂ ਦੇ ਸਕਦੇ, ਨਾ ਕੋਈ ਹੁਕਮ ਦੇ ਸਕਦਾ। ਸਿੱਖ ਹਮੇਸ਼ਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ, ਸਿੰਘ ਸਾਹਿਬ ਬਾਕੀ ਸਿਆਣੇ ਆ, ਕਿਉਂਕਿ ਦੇਖੋ ਮੈਂ ਜਿਹੜਾ ਸਾਰਾ ਕੁਝ ਦੇਖ ਰਿਹਾ ਜੀ, ਗਲਤੀਆਂ ਹੋਈਆਂ ਪਾਰਟੀ ਦੇ ਕੋਲੋਂ, ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਪਰ ਜੇ ਸਿੱਖ ਇਹ ਸਾਰੇ ਕੁਛ ਦੇ ਵਿੱਚ ਆਪਣੀ ਪਾਰਟੀ ਮਾਰ ਲੈਣਗੇ, ਇਹਦੇ 'ਚ ਦੱਸੋ ਸਾਡੀ ਸਿਆਣਪ ਕਿੱਥੇ ਖੜੀ ਹੈ? ਕਿਉਂਕਿ ਖੇਤਰੀ ਪਾਰਟੀਆਂ ਜਿਹੜੀਆਂ ਉਹਨਾਂ ਦਾ ਇਸ ਦੇਸ਼ ਦੇ ਵਿੱਚ ਰਹਿਣਾ ਬੜਾ ਜ਼ਰੂਰੀ ਆ। ਘੱਟ ਗਿਣਤੀ ਇੱਕ ਅਸੀਂ ਹੈਗੇ ਆ, ਦੂਜੀਆਂ ਵੀ ਘੱਟ ਗਿਣਤੀਆਂ ਕੁਛ ਕੌਮਾਂ ਇੱਥੇ ਹੈਗੀਆਂ। ਜੇ ਘੱਟ ਗਿਣਤੀ ਕੌਮ ਸਿੱਖ ਕੌਮ ਦੀ 104 ਸਾਲ ਪੁਰਾਣੀ ਪਾਰਟੀ ਆ, ਜੇ ਅਸੀਂ ਮਤਲਬ ਇੱਕ ਜਿੱਦ ਫੜ ਲਈ ਆ ਵੀ ਪਾਰਟੀ ਖਤਮ ਕਰ ਹੀ ਦੇਣੀ, ਜਿਵੇਂ ਕੁਛ ਲੋਕਾਂ ਨੇ ਏਜੰਡਾ ਵੀ ਸ਼ੁਰੂ ਕੀਤਾ ਆ, ਉਹ ਪਹਿਲਾਂ ਇਹ ਤਾਂ ਦੱਸਣ ਵੀ ਅਕਾਲੀ ਦਲ ਤੋਂ ਬਿਨਾਂ ਤੁਹਾਡੀ ਕੋਈ ਦੂਜੀ ਪਾਰਟੀ ਹੈਗੀ ਆ? ਆ ਪਿੱਛੇ ਜੇ ਸਿੱਖਾਂ ਨੇ ਬੜੇ ਰੋਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲੈਣ ਤੀ 92 MLA ਇਹਨਾਂ ਦੇ ਜਿਤਾਏ ਆ। ਮੈਨੂੰ ਇੱਕ ਕੰਮ ਦੱਸੋ ਜਿਹੜਾ
ਸਿੱਖਾਂ ਦੇ ਲਈ ਇਸ ਪਾਰਟੀ ਨੇ ਸਰਕਾਰ ਬਣਨ ਤੋਂ ਬਾਅਦ ਕੀਤਾ ਵੇ। ਹਾਂ, ਇਹ ਕਹਿ ਦੇਣਗੇ ਵੀ ਅਸੀਂ ਤੇ ਸੈਕੂਲਰ ਆ ਜਾਂ ਧਰਮ ਨਿਰਪੱਖ ਹਾਂ, ਪਰ ਧਰਮ ਨਿਰਪੱਖ ਰਹਿੰਦਿਆਂ ਵੀ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਤੇ ਆ। ਘੱਟੋ ਘੱਟ ਸ਼ਤਾਬਦੀਆਂ ਵੇਲੇ ਵੀ ਇਹ ਤੇ ਭੁੱਲ ਗਏ, ਵਿਸਰ ਗਏ ਆ। ਤੋ ਸਿੱਖਾਂ ਨੂੰ ਕਿਤੇ ਨਾ ਕਿਤੇ ਗੱਲ ਚੇਤੇ ਰੱਖਣੀ ਚਾਹੀਦੀ ਆ ਵੀ ਇਹ ਸਾਰੇ ਕੁਛ ਦੇ ਵਿੱਚ ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਹੀ ਮਾਰਤਾ, ਅਕਾਲੀ ਦਲ ਹੀ ਖਤਮ ਕਰਤਾ, ਤੇ ਸਾਡੇ ਪੱਲੇ ਕੁਛ ਨਹੀਂ ਰਹਿਣਾ। ਪਾਰਟੀਆਂ ਬਣਾਉਣੀਆਂ, ਪਾਰਟੀਆਂ ਚਲਾਉਣੀਆਂ ਕੋਈ ਇੰਨਾ ਸੌਖਾ ਕੰਮ ਨਹੀਂ ਹੁੰਦਾ। ਇਹ ਬਹੁਤ ਵੱਡਾ ਕੰਮ ਆ। ਤੁਸੀਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਕਿ ਕੁਝ ਸ਼ਿਕਾਇਤਾਂ ਜਿਵੇਂ ਬਾਗੀ ਧੜੇ ਦੀਆਂ ਵੀ ਪਹੁੰਚੀਆਂ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਗੀ ਦੇ ਵਿੱਚ ਤਿਲਕ ਲਾਣਾ ਜਾਂ ਉਹਨਾਂ ਨੂੰ ਤਿਲਕ ਲਾਣਾ ਜਾਂ ਰੋਮਾਂ ਦੀ ਬੇਅਦਬੀ ਦੇ ਮਸਲੇ ਕੁਝ ਉੱਥੇ ਪਹੁੰਚੇ। ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਗੱਲ ਤਾਂ ਆਂਦੀ ਹੋਈ ਹੈ ਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਜਾਂ ਫਿਰ ਜੱਦਾਰ ਸਾਹਿਬ ਦੇ ਸਾਹਮਣੇ ਸਾਰੇ ਇੱਕੋ ਜਿਹੇ ਹੋਣੇ ਚਾਹੀਦੇ। ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਵੀ ਇੱਕ ਰੂਪ ਰੇਖਾ ਬਣਾਉਣ ਦੀ ਜ਼ਰੂਰਤ ਹੈ ਸ੍ਰੀ ਅਕਾਲ ਤਖਤ ਸਾਹਿਬ ਸੈਕਟਰੀਏਟ ਨੂੰ ਵੀ, ਕਿ ਜਿਹੜੇ ਮਸਲੇ ਆਉਂਦੇ ਨੇ ਉਹਨਾਂ ਬਾਰੇ ਦੱਸਿਆ ਵੀ ਜਾਵੇ ਕਿ ਇਹ ਮਸਲੇ ਵਿਚਾਰ ਅਧੀਨ ਨੇ, ਵਿਚਾਰ ਕੀਤੇ ਜਾ ਰਹੇ ਨੇ, ਕਦੋਂ ਤੱਕ ਵਿਚਾਰੇ ਜਾਣਗੇ, ਜੇ ਕਿਸੇ ਨੂੰ ਤਨਖਾਹੀਆ ਘੋਸ਼ਿਤ ਕੀਤਾ ਜਾਂਦਾ ਕਦੋਂ ਉਹਦਾ ਮਸਲਾ ਹੱਲ ਹੋਏਗਾ, ਕਦੋਂ ਬੁਲਾਇਆ ਜਾਏਗਾ, ਤਾਂ ਜੋ ਸਥਿਤੀ ਹੈ ਜਿਹੜੀ ਹੋਰ ਸਪਸ਼ਟ ਹੋਵੇ। ਇਸ ਚੀਜ਼ ਦੀ ਜ਼ਰੂਰਤ ਲੱਗਦੀ ਹੈ ਤੁਹਾਨੂੰ? ਨਹੀਂ, ਦੇਖੋ ਜੀ, ਫੈਸਲੇ ਤੇ ਹੋਣੇ ਆ ਸਿੱਖ ਰਹਿਤ ਮਰਿਆਦਾ ਦੀ ਰੋਸ਼ਨੀ 'ਚ। ਬਿਲਕੁਲ ਠੀਕ। ਹੁਣ ਮੰਨ ਲਓ ਜੱਜ ਕੋਈ ਵੀ ਆ ਤੇ ਜੱਜ ਸਾਹਿਬ ਕੋਈ ਫੈਸਲਾ ਸੁਣਾਉਂਦੇ ਆ, ਉਹ ਤੇ ਸੰਵਿਧਾਨ ਦੇ ਮੁਤਾਬਕ ਹੀ ਸੁਣਾਉਣਗੇ ਨਾ। ਬਿਲਕੁਲ। ਜੋ ਵੀ ਫੈਸਲੇ ਹੋਣੇ ਆ ਉਹ ਹੋਣੇ ਤੇ ਸਿੱਖ ਰਹਿਤ ਮਰਿਆਦਾ ਤੇ ਸਿੱਖ ਇਤਿਹਾਸ ਦੀ ਰੋਸ਼ਨੀ ਦੇ ਵਿੱਚ ਵੀ ਆ। ਹਾਂ, ਕੋਈ ਵੀ ਮਾਮਲਾ ਜਿਹੜਾ ਵਾ ਇੰਨਾ ਨਹੀਂ ਲਟਕਣਾ ਚਾਹੀਦਾ। ਉਹ ਜਿਵੇਂ ਜਿਵੇਂ ਲਟਕੇਗਾ ਬਹੁਤ ਸਾਰੇ ਸਵਾਲ ਜਿਹੜੇ ਹਰ ਪਾਸਿਆਂ ਤੋਂ ਖੜੇ ਹੋਣੇ, ਲੋਕ ਸ਼ੁਰੂ ਵੀ ਕਰ ਦਿੰਦੇ ਆ। ਵਿਸ਼ਾ ਜਾਣ ਕੇ ਕੀਤਾ ਜਾ ਰਿਹਾ ਹੈ। ਮਤਲਬ ਕੁਛ ਇਦਾਂ ਦੀ ਚਰਚਾ ਵੀ ਹੋ ਸਕਦੀ ਆ, ਜਿਵੇਂ ਕਈਆਂ ਨੇ ਮਤਲਬ ਕਹਿਣਾ ਸ਼ੁਰੂ ਕੀਤਾ ਹੈ ਵੀ ਅਕਾਲੀ ਹੀ ਲਮਕਾ ਰਹੇ ਆ। ਆਪਾਂ ਸਾਰੇ ਜਾਣਦੇ, ਬੜੇ ਲੋਕ ਇਹ ਕਹਿ ਰਹੇ ਵੀ ਇਹ ਜਾਣ ਕੇ ਮਾਮਲੇ ਨੂੰ ਠੰਡਾ ਕਰ ਰਿਹਾ, ਲਮਕਾ ਰਹੇ ਆ। ਤਾਂ ਮੇਰੇ ਹਿਸਾਬ ਦੇ ਨਾਲ ਸਿੰਘ ਸਾਹਿਬ ਬੜੇ ਸਿਆਣੇ ਆ, ਬੜੇ ਸੁਲਝੇ ਆ, ਜਿੰਨੇ ਵੀ ਸਿੰਘ ਸਾਹਿਬ ਹੈਗੇ ਆ। ਇਹ ਮਾਮਲਾ ਜਿਹੜਾ ਵਾ ਇਹਨਾਂ ਨਹੀਂ ਲਮਕਣਾ ਚਾਹੀਦਾ। ਹਰ ਮਤਲਬ ਜਿਹੜਾ ਇੱਕ ਫੈਸਲਾ ਜਿਹੜਾ ਜੋ ਵੀ ਫੈਸਲਾ ਹੋਣਾ ਵਾ, ਜੋ ਸਿੱਖ ਰਵਾਇਤਾਂ ਦੇ ਮੁਤਾਬਕ ਇਤਿਹਾਸ ਆ ਜਾਂ ਰਹਿਤ ਮਰਿਆਦਾ ਦੀ ਰੋਸ਼ਨੀ ਦੇ ਵਿੱਚ ਆ। ਪਰ ਜਿਹੜੇ ਲੋਕ ਇਸ ਮਾਮਲੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਿੰਤੂ ਪਰੰਤੂ ਕਰਦੇ ਆ, ਖਾਸ ਕਰਕੇ ਵੜਿੰਗ ਵਰਗੇ ਜਾਂ ਕੁਛ ਹੋਰ, ਇਹ ਗਲਤ ਗੱਲ ਆ। ਇਹਨਾਂ ਦੇ ਖਿਲਾਫ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਨਿਕਲਣਾ ਚਾਹੀਦਾ ਸਿੱਖ ਸੰਗਤਾਂ ਦੇ ਵਾਸਤੇ, ਤਾਂ ਕਿ ਕੱਲ ਨੂੰ ਕੋਈ ਇਹ ਸਵਾਲ ਜਿਹੜਾ ਉਹ ਨਾ ਚੁੱਕ ਸਕੇ। ਬਿਲਕੁਲ। ਹਾਲ ਹੀ ਦੇ ਵਿੱਚ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਐਗਜ਼ੈਕਟਿਵ ਦੀ ਇਲੈਕਸ਼ਨ ਹੈਗੀ 28 ਨੂੰ, ਹੁਣੇ ਧਾਮੀ ਸਾਹਿਬ ਦਾ ਵੀ ਇੱਕ ਰਿਐਕਸ਼ਨ ਆਇਆ ਕਿ ਸਾਡੇ ਮੈਂਬਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਜੇਪੀ ਵੱਲੋਂ ਜਾਂ RSS ਵੱਲੋਂ ਜਾਂ ਕਾਂਗਰਸ ਆਪ ਵੱਲੋਂ। ਇਸ ਪੂਰੇ ਮੁੱਦੇ ਨੂੰ ਕਿੱਦਾਂ ਦੇਖਦੇ ਹੋ? ਮਤਲਬ ਇੱਥੋਂ ਤੱਕ ਵੀ ਹਾਲਾਤ ਪਹੁੰਚ ਜਾਣਗੇ ਕਿ ਪ੍ਰਧਾਨ ਦੀ ਚੋਣ ਦੇ ਲਈ ਵੀ ਪੈਸਿਆਂ ਦੀ ਗੱਲ ਹੋਏਗੀ। ਮਤਲਬ ਵੋਟਾਂ ਖਰੀਦਣ ਤੱਕ ਤੇ ਗੱਲ ਸਮਝ ਆਉਂਦੀ ਸੀ, ਪਰ ਹੁਣ ਮੈਂਬਰਾਂ ਨੂੰ ਵੀ ਖਰੀਦਣ ਦੀ ਗੱਲ ਹੋ ਰਹੀ ਹੈ। ਦੇਖੋ ਜੀ, ਤੁਸੀਂ ਨਾ ਹਰਪ੍ਰੀਤ ਸਿੰਘ ਜੀ ਥੋੜਾ ਪਿੱਛੇ ਵੀ ਚੱਲ ਜਾਓ। ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ, ਕਿਉਂਕਿ ਇਹਨਾਂ ਸਿੱਖਾਂ ਦੇ ਵੱਡੇ ਕੰਮ ਕੀਤੇ ਆ। ਇੱਕ ਨਾ ਕਿਤਾਬ ਆ ਸਰਦਾਰ ਧੰਨਾ ਸਿੰਘ ਦੀ, ਸਰਦਾਰ ਧੰਨਾ ਸਿੰਘ ਚਾਹਲ ਆ, ਉਹਨਾਂ ਦੀ ਕਿਤਾਬ ਆ ਮੇਰੀ ਗੁਰਤੀਰਥ ਸਾਈਕਲ ਯਾਤਰਾ। ਉਹ ਮੈਂ ਕਹਿੰਦਾ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ। ਉਹਨਾਂ ਨੇ 1930 ਤੋਂ ਲੈ ਕੇ ਤੇ 34 ਤੱਕ ਉਹ ਸਾਈਕਲ ਯਾਤਰਾ ਕੀਤੀ ਆ। ਸਾਈਕਲ ਯਾਤਰਾ ਦੇ ਵਿੱਚ ਉਹਨਾਂ ਨੇ ਗੁਰਦੁਆਰਿਆਂ ਦੇ ਜਿਹੜੇ ਹਾਲ ਆ ਉਹ ਦੱਸੇ ਵੀ ਕਈ ਥਾਵਾਂ ਤੇ ਕਿੰਨੇ ਜ਼ਮੀਨ ਦੱਬੀ ਆ, ਕਿੰਨੇ ਕੀ ਕੀਤਾ। ਬੜੀਆਂ ਬਹੁਤ ਗੁਰਦੁਆਰੇ ਜਿਹੜੇ ਅੱਜ ਵੀ ਸਾਨੂੰ ਕਈ ਲੋਪ ਵੀ ਦਿਸਣਗੇ, ਪਰ ਬਹੁਤ ਸਾਰੇ ਸਾਹਮਣੇ ਵੀ ਆ। ਉਦੋਂ ਤੋਂ ਬਾਅਦ ਤੁਸੀਂ ਬਹੁਤ ਸਾਰੇ ਗੁਰਦੁਆਰਿਆਂ ਨੂੰ ਅੱਜ ਜਾ ਕੇ ਵੇਖੋ, ਕਾਇਆਕਲਪ ਹੋਈ ਕਿ ਨਹੀਂ ਹੋਈ, ਗੁਰਦੁਆਰਿਆਂ ਦੀ ਸੇਵਾ ਸੰਭਾਲ। ਕਿਉਂਕਿ ਵੇਖੋ, ਠੀਕ ਆ, ਪ੍ਰਬੰਧ ਕਰਦਿਆਂ ਗਲਤੀਆਂ ਹੋ ਜਾਂਦੀਆਂ, ਪ੍ਰਬੰਧ ਬਹੁਤ ਵੱਡੇ ਨੇ। ਹਾਂ, ਪ੍ਰਬੰਧ ਵੱਡੇ ਨੇ, ਪਰ ਮੈਂ ਕਹਿੰਦਾ ਪੂਰੀ ਦੁਨੀਆ ਦੇ ਵਿੱਚ ਜਿਹੋ ਜਿਹਾ ਪ੍ਰਬੰਧ SGPC ਚਲਾਉਂਦੀ ਆ, ਇਹੋ ਜਿਹਾ ਪ੍ਰਬੰਧ ਕੋਈ ਧਾਰਮਿਕ ਕਮੇਟੀ ਚਲਾਉਂਦੀ ਹੋਵੇ ਤੇ ਦੁਨੀਆ 'ਚ ਦਿਖਾ ਦਿਓ, ਨਹੀਂ ਹੈਗੀ। ਹਾਂ, ਸੁਧਾਰਾਂ ਦੀ ਲੋੜ ਹੁੰਦੀ ਆ। ਸਰਦਾਰ ਧੰਨਾ ਸਿੰਘ ਚਾਹਲ ਦੀ ਉਹ ਕਿਤਾਬ ਪੜ੍ਹ ਕੇ ਉਦੋਂ ਦੇ ਹਾਲਾਤ ਤੇ ਅੱਜ ਦੇ ਹਾਲਾਤ ਵੇਖਿਓ। ਠੀਕ ਆ, ਮੈਂ ਕਹਿੰਦਾ ਜੇ ਹੋਰ ਵੀ ਬਹੁਤ ਕੁਝ ਹੋਣ ਦੀ ਲੋੜ ਹੈਗੀ ਆ, ਪਰ ਪਿਛਲਾ ਤੁਸੀਂ ਵੇਖ ਲਓ, ਸਰਕਾਰਾਂ ਕਿਤੇ ਨਾ ਕਿਤੇ ਚਾਹੁੰਦੀਆਂ ਰਹੀਆਂ ਵੀ ਸਿੱਖ ਸਾਡੀ ਮੁੱਠੀ 'ਚ ਆ ਜਾਣ। ਮੁੱਠੀ 'ਚ ਕਦੋਂ ਆਉਣੇ ਆ? ਗੁਰਦੁਆਰੇ ਹੋਏ ਸੋਝੀ ਪਾਸੇ ਤੱਕ ਦਾ ਇੱਕ ਸੋਮਾ ਹੈ, ਇਕਜੁੱਟਤਾ ਤਾਂ ਇੱਕ ਸੋਮਾ ਹੈ। ਸ੍ਰੀ ਅਕਾਲ ਤਖਤ ਸਾਹਿਬ ਹੋ ਗਿਆ, ਇਹ ਸ਼੍ਰੋਮਣੀ ਕਮੇਟੀ ਹੋ। ਮੈਂ ਕਹਿੰਦਾ ਹਰਪ੍ਰੀਤ ਸਿੰਘ ਜੀ ਜਦੋਂ ਅੰਗਰੇਜ਼ ਇੱਥੇ ਆਏ ਆ 49 ਦੇ ਵਿੱਚ, ਉਹਨਾਂ ਨੇ ਸਪੈਸ਼ਲ ਇੱਕ ਸਰਕੂਲਰ ਜਾਰੀ ਕੀਤਾ ਹੈ ਕਿ ਗੁਰਦੁਆਰਿਆਂ 'ਚੋਂ ਸਿੱਖਾਂ ਨੂੰ ਤਾਕਤ ਮਿਲਦੀ ਆ, ਗੁਰਦੁਆਰੇ ਉਹਨਾਂ ਮਹੰਤ ਕਿਉਂ ਭਾਲੇ? ਤਾਂ ਕਰਕੇ ਅੱਜ ਦੀ ਸਰਕਾਰ ਉਤੋਂ ਕਿਤੇ ਪਰੇ ਥੋੜਾ ਬੈਠੀ ਆ। ਹੁਣ ਮਹੰਤ ਤੇ ਸਿੱਧੇ ਭਾਲੇ ਨਹੀਂ ਜਾ ਸਕਦੇ, ਬੜੇ ਔਖੇ ਆ। ਪਰ ਘੱਟੋ ਘੱਟ ਜਿਵੇਂ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਵੇ ਵੀ ਵੀਰ ਬਾਲ ਦਿਵਸ ਨਹੀਂ ਮਨਾਉਣਾ, ਪਰ BJP ਤੇ RSS ਦੇ ਬੰਦੇ, ਦਿੱਲੀ ਕਮੇਟੀ ਵਾਲੇ, ਉਹ ਸ਼ਰੇਆਮ RSS ਦੇ ਥੱਲੇ ਆਣ ਕੇ ਮਨਾਉਣ ਤੇ ਅਕਾਲ ਤਖਤ ਸਾਹਿਬ ਦਾ ਹੁਕਮ ਨਾ ਮੰਨਣ। ਹੁਣ ਇਹਨਾਂ ਨੂੰ ਨਾਂ ਥੋੜਾ ਦੇਣਾ ਪੈਣਾ, ਮਹੰਤ ਹੈਗੇ ਕਿੰਨੇ ਹੈਗੇ ਉਹਦੇ ਦਿਖ ਰਿਹਾ, ਪਰ ਇਹ ਮਹੰਤਾਂ ਤੋਂ ਵੀ ਖਤਰਨਾਕ ਆ। ਉਹ ਕਹਿ ਰਹੇ ਸਿੱਖਾਂ ਦੇ ਚੁਣੇ ਹੋਏ ਆ। ਤੋ ਇਹ ਬੜੀ ਗਲਤ
ਹੈਗੀ ਆ SGPC ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸਿੱਖਾਂ ਦੀ ਰਹਿਣੀ ਚਾਹੀਦੀ। ਇਹਦੇ ਵਿੱਚ ਸਰਕਾਰ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ। ਦੂਜੀ ਗੱਲ ਮੈਂ ਹੋਰ ਇੱਥੇ ਕਹਿਣਾ ਚਾਹੁੰਦਾ, ਜਿਹੜੇ ਸਾਡੇ ਬੰਦੇ RSS ਜਾਂ BJP ਜਾਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਵੀ ਹੁਣ ਕਹਿੰਦੇ ਵੀ ਇਹ ਯਤਨ ਲੱਗੀ ਹੋਈ ਆ, ਉਹਦੇ ਪ੍ਰਭਾਵ ਹੇਠ SGPC ਨੂੰ ਸਰਕਾਰੀ ਪ੍ਰਬੰਧ ਦੇ ਹੇਠਾਂ ਲਿਆਉਣਾ ਚਾਹੁੰਦੇ ਆ ਜਾਂ ਸਰਕਾਰੀ ਸੋਚ ਵਾਲਿਆਂ ਨੂੰ ਲਿਆਉਣਾ ਚਾਹੁੰਦੇ ਆ। ਇਹਨਾਂ ਨੂੰ ਥੋੜੀ ਸੋਝੀ ਕਰਨੀ ਚਾਹੀਦੀ ਆ ਵੀ ਅੱਜ ਤੇ ਇਹ ਤੁਸੀਂ ਹੋ ਸਕਦਾ ਅੱਜ ਕਾਮਯਾਬ ਹੋ ਜਾਓ, ਅੱਜ ਤੁਹਾਨੂੰ ਕੋਈ ਰੁਤਬਾ ਮਿਲ ਜੇ, ਕੱਲ ਨੂੰ ਜਦੋਂ ਸਾਰਾ ਪ੍ਰਬੰਧ ਹੀ ਸਰਕਾਰ ਦੇ ਥੱਲੇ ਚੱਲ ਗਿਆ ਤਾਂ ਫਿਰ ਆਪਾਂ ਕੀ ਕਰਾਂਗੇ। ਤੀਜੀ ਗੱਲ, ਸਿੱਖ ਜਿਹੜਾ ਵਾ ਉਹ ਕਦੀ ਨਿੱਜੀ ਸਵਾਰਥ ਨਹੀਂ ਰੱਖਦਾ, ਖੁਦ ਗਰਜੀ ਨਹੀਂ ਰੱਖਦਾ। ਸਿੱਖ ਲਈ ਕੀ ਆ, ਗੁਰੂ ਗ੍ਰੰਥ ਤੇ ਪੰਥ ਤੋਂ ਪਰੇ ਉਜਾੜ ਆ। ਜੇ ਅਸੀਂ ਗੁਰੂ ਗ੍ਰੰਥ ਤੇ ਪੰਥ ਤੋਂ ਪਰੇ ਚੱਲ ਗਏ, ਉਜਾੜ ਆ ਸਾਡੇ ਵਾਸਤੇ। ਜੇ ਕੋਈ ਸਿੱਖ, ਤੇ ਮੈਂ ਹੁਣੇ ਲਾਹੌਰ ਜਾ ਕੇ ਆਇਆ ਜੀ, ਲਾਹੌਰ ਦੇ ਵਿੱਚ ਸਾਡਾ ਜਿਹੜਾ ਅਰਦਾਸ ਦਾ ਪਹਿਰਾ ਨਾ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀਸ ਤੇ ਬੰਦ ਕਟਾਏ ਖੋਪਰੀਆਂ, ਇਹ ਸਾਰਾ ਲਾਹੌਰ ਪਿਆ। ਸਾਡੇ ਬੰਦ ਕੱਟੇ ਗਿਆ, ਖੋਪਰੀਆਂ ਲਈਆਂ, ਚਰਖੜੀਆਂ ਤੇ ਚੜੇ, ਨੇਜਿਆਂ ਤੇ ਟੰਗੇ, ਸਾਰਾ ਕੁਝ ਹੋਇਆ। ਪਰ ਅਸੀਂ ਇਹ ਥੋੜਾ ਵੀ ਸਰਕਾਰ ਦੇ ਅੱਗੇ ਲਿਫ ਕੇ ਅਸੀਂ ਉਹਨਾਂ ਦੀ ਅਧੀਨਗੀ ਸਵੀਕਾਰ ਕਰ ਲਈ ਹੋਵੇ ਨਾ। ਸਿੱਖ ਕਹਿੰਦੇ ਵੀ ਸਾਡਾ ਜਿਹੜਾ ਦਾਵਾ ਹੈਗਾ ਪਾਤਸ਼ਾਹੀ ਦਾ ਉਹ ਹੈਗਾ ਤੇ ਉਹ ਰਹੂਗਾ। ਅੱਜ ਸਿੱਖ ਆਪ ਵੀ ਜਿਹੜੇ ਪਤਾ ਨਹੀਂ ਕੀ ਦਿਖ ਰਿਹਾ ਇਹਨਾਂ ਨੂੰ, ਇਹ ਜਾਣਬੁੱਝ ਕੇ ਸਰਕਾਰਾਂ ਦੀ ਚਾਪਲੂਸੀ ਕਰ ਰਹੇ ਆ। ਪਰ ਜਵਾਬ ਦੇ ਤੇ ਇਹ ਗੁਰੂ ਪੰਥ ਨੂੰ ਹੈਗੇ ਆ ਤੇ ਰਹਿਣਗੇ। ਸਰਕਾਰਾਂ ਨੂੰ ਵੀ ਵੇਖੋ, ਇਹ ਕੋਈ ਛੋਟੀ ਗੱਲ ਨਹੀਂ ਆ। ਸਰਕਾਰਾਂ ਅੱਗ ਨਾਲ ਖੇਡਦੀਆਂ ਵਾ ਜਦੋਂ ਗੁਰਦੁਆਰਿਆਂ 'ਚ ਦਖਲ ਦਿੰਦੀਆਂ। ਇਹਨਾਂ ਨੂੰ ਨਹੀਂ ਦੇਣਾ ਚਾਹੀਦਾ। ਇਹਦਾ ਪ੍ਰਬੰਧ ਪੰਥ ਹੀ ਚਲਾਊਗਾ ਤੇ ਪੰਥ ਹੀ ਚਲਾਉਣ ਦਾ ਹੱਕਦਾਰ ਆ। ਸਾਡੇ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਦਾ ਬੜਾ ਵੱਡਾ ਸਿਧਾਂਤ ਆ। ਇਸ ਕਰਕੇ ਮੈਂ ਤੇ ਜਿਹੜੇ SGPC ਦੇ ਮੈਂਬਰ ਸਾਹਿਬ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਦਾ। ਵੈਸੇ ਸਾਰੇ ਬੜੇ ਸਿਆਣੇ ਆ, ਸਾਰੇ ਬੜੇ ਗੁਰਮੁਖ ਆ। ਉਹ ਨਾਗਪੁਰ ਵਾਲੀ ਸੋਚ ਤੇ ਜਿਹੜੀ ਦਿੱਲੀ ਵਾਲੀ ਸੋਚ ਆ, ਮੈਂ ਇਹ ਵੀ ਗੱਲ ਸਪਸ਼ਟ ਕਰ ਦਿੰਦਾ। ਅੱਜ ਦਿੱਲੀ ਤੋਂ ਇੱਕ ਵੱਡਾ ਹਮਲਾ ਹੋ ਗਿਆ ਸਿੱਖਾਂ ਦੇ ਉੱਤੇ। ਉਹ ਵੱਡਾ ਹਮਲਾ ਕੀ ਆ? ਸਿੱਖਾਂ ਦੀ ਰਾਜਸੀ ਜਮਾਤ ਖਤਮ ਕਰ ਦਿਓ, ਸਿੱਖਾਂ ਦੀ ਧਾਰਮਿਕ ਜਮਾਤ SGPC ਖਤਮ ਕਰ ਦਿਓ, ਤਖਤਾਂ ਦਾ ਵਕਾਰ ਖਤਮ ਕਰ ਦਿਓ, ਤਾਂ ਕਿ ਸਿੱਖਾਂ ਦੇ ਕੋਈ ਵੀ ਇੰਸਟੀਚਿਊਟ ਰਵੇ ਹੀ ਨਾ। ਉਹਨੂੰ ਤਹਿਸ ਨਹਿਸ ਕਰ ਦਿਓ। ਪਿੱਛੇ ਵੀ ਮਿਸਲਾਂ ਦੇ ਵੇਲੇ ਸਾਡੇ ਆਪਸ ਵਿੱਚ ਵਖਰੇਵੇਂ ਬੜੇ ਹੁੰਦੇ, ਸਾਡੇ ਝਗੜੇ ਬੜੇ ਹੁੰਦੇ, ਪਰ ਜਦੋਂ ਕੋਈ ਬਾਹਰੋਂ ਹਮਲਾ ਕਰਦਾ ਸੀ ਫਿਰ ਅਸੀਂ ਇਕਜੁੱਟ ਹੋਏ ਨੇ। ਅੱਜ ਦਿੱਲੀ ਤੋਂ ਵੱਡਾ ਹਮਲਾ ਹੋਇਆ ਵਾ। ਅੱਜ ਸਿੱਖਾਂ ਨੂੰ ਇਕਜੁੱਟ ਹੋਣ ਦੀ ਲੋੜ ਆ। ਸਾਡੇ ਵਿਚਾਰਕ ਆਪਸੀ ਮਤਭੇਦ ਹੋ ਸਕਦੇ ਆ, ਪਰ ਸਾਡੇ ਸਾਰਿਆਂ ਦਾ ਗੁਰੂ ਗ੍ਰੰਥ ਸਾਹਿਬ ਹੀ ਹੈਗਾ। ਆਤਮਾ ਗ੍ਰੰਥ ਤੇ ਪੰਥ ਵਾਲਾ ਸਿਧਾਂਤ ਹੀ ਸਾਡੇ ਉੱਤੇ ਲਾਗੂ ਆ। ਅੱਜ ਸਾਰੇ ਸਿੱਖਾਂ ਨੂੰ ਰਲ ਕੇ ਜਿਹੜਾ ਦਿੱਲੀ ਦਾ ਵੱਡਾ ਹਮਲਾ ਹੋਇਆ, ਇਹਨੂੰ ਪਛਾੜਨ ਦੀ ਲੋੜ ਆ। ਪਹਿਲਾਂ ਤੇ 28 ਤਰੀਕ ਨੂੰ ਪਛਾੜਨਾ ਭਈ। ਅਸੀਂ ਕਦੀ ਵੀ ਉਹ ਸੋਚ ਇੱਥੇ ਭਾਰੂ ਨਹੀਂ ਹੋਣ ਦੇਣੀ ਜਿਹੜੀ ਮਨਮਰਜ਼ੀ ਕਰੇ, ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਥੱਲੇ ਨਹੀਂ, ਦਿੱਲੀ ਦੇ ਪ੍ਰਭਾਵ ਥੱਲੇ ਚੱਲੇ। ਤੋ ਅੱਜ ਇਹ ਵੱਡੀ ਲੋੜ ਹੈਗੀ ਆ ਵੀ ਦਿੱਲੀ ਦੇ ਹਮਲੇ ਨੂੰ ਪਛਾੜੀਏ। ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਸਿੱਖਾਂ ਦਾ ਭਲਾ ਨਹੀਂ ਕਰਨਗੀਆਂ। ਗੜਗੜ ਸਾਹਿਬ, ਇੱਕ ਛੋਟਾ ਜਿਹਾ ਸਵਾਲ, ਜਿਹੜੀ ਪਾਰਟੀ ਦੇ ਕੋਲ ਜਾਂ ਜਿਹੜੀ ਧਿਰ ਦੇ ਕੋਲ ਸੂਬੇ ਨੂੰ ਛੱਡੋ ਪੂਰੇ ਸੈਂਟਰ ਦੀ ਤਾਕਤ ਹੋਵੇ, ਪੂਰਾ ਮੁਲਕ ਉਹ ਚਲਾ ਰਹੀ ਹੋਵੇ, ਉਹਨਾਂ ਨੂੰ ਇੱਕ ਛੋਟੀ ਜਿਹੀ SGPC ਤੋਂ ਕੀ ਇੰਟਰਸਟ ਹੋਏਗਾ? ਕੀ ਉਹਨਾਂ ਦਾ ਦਖਲ ਹੋਏਗਾ? ਨਾ ਤਾਂ ਕੋਈ ਮੈਂਬਰ ਹੈ ਉਹਨਾਂ ਦਾ BJP ਦਾ, ਨਾ ਕੋਈ RSS ਦਾ ਮੈਂਬਰ, ਨਾ ਉਹਨਾਂ ਦੇ ਪ੍ਰਧਾਨਗੀ ਅਹੁਦੇ ਦਾ ਕੋਈ ਮੈਂਬਰ। ਉਹਨਾਂ ਦਾ ਕੀ ਇੰਟਰਸਟ ਰਹੇਗਾ ਕਿ SGPC ਚੋਣਾਂ ਦੇ ਵਿੱਚ ਦਖਲ ਦੇ ਕੇ ਪ੍ਰਧਾਨ ਜਿਹੜਾ ਉਹ ਆਪਣੀ ਸਪੋਰਟ ਨਾਲ ਬਣਾਇਆ ਜਾਵੇ? ਮੈਂ ਕਹਿੰਦਾ ਜੀ, ਸਿੱਖ ਜਿਹੜੇ ਆ ਨਾ, ਇਹ ਦੁਨੀਆ ਦੇ ਵਿੱਚ ਗਿਣਤੀ ਦੇ ਹਿਸਾਬ ਨਾਲ ਨਹੀਂ ਦੇਖੇ ਜਾਂਦੇ। ਅਸੀਂ ਆਪਣੀ ਹੈਸੀਅਤ ਤੇ ਆਪਣੇ ਇਤਿਹਾਸ ਦੇ ਹਿਸਾਬ ਨਾਲ ਦੇਖੇ ਜਾਂਦੇ। ਅਸੀਂ ਭਾਵੇਂ ਮਾਈਨਰ ਮਾਈਨੋਰਟੀਆਂ ਦੁਨੀਆ 'ਚ, ਪਰ ਸਾਡਾ ਮਾਰਸ਼ਲ ਸੁਭਾਅ, ਸਾਡਾ ਇਤਿਹਾਸ ਤੇ ਸਾਡੀਆਂ ਪ੍ਰਾਪਤੀਆਂ ਜਿਹੜੀਆਂ ਸਾਰੀ ਦੁਨੀਆ ਜਾਣਦੀ ਆ। ਤੁਸੀਂ ਇੱਥੇ ਦੀ ਗੱਲ ਕਰਦੇ ਹੋ, ਤੁਸੀਂ ਤੇ SGPC ਦੀ ਗੱਲ ਕਰਦੇ। SGPC ਤੇ ਬੜੀ ਵੱਡੀ ਗੱਲ ਆ ਜਿਹੜੀ ਟਾਰਗੇਟ ਕਿਲਿੰਗ ਅੱਜ ਸਿੱਖਾਂ ਦੀ ਦੇਸ਼ਾਂ ਵਿਦੇਸ਼ਾਂ 'ਚ ਹੋ ਰਹੀ ਆ। ਸਰਕਾਰ ਨੂੰ ਕੀ ਲੋੜ ਆ 2-4 ਸਿੱਖ ਮਾਰਨ ਦੀ? ਉਹ ਕੀ ਸਿੱਧ ਕਰਨਾ ਚਾਹੁੰਦੀ ਆ? ਬਾਹਰ ਤੋਂ ਲੈ ਕੇ ਇੱਥੋਂ ਤੱਕ ਨਿਸ਼ਾਨਾ ਸਿੱਖ ਵਾ ਤੇ ਸਿੱਖ ਸੰਸਥਾਵਾਂ ਵਾ। ਗੱਲ ਬਹੁਤ ਵੱਡੀ ਆ। ਸਿੱਖ ਇਹ ਗੱਲ ਨੂੰ ਸਮਝ ਨਹੀਂ ਪਾ ਰਹੇ। ਉਹਨਾਂ ਦਾ ਕੀ ਮਸਲਾ ਹੈਗਾ ਵਾ ਕਿ ਸਿੱਖਾਂ ਨੂੰ ਆਪਣੀ ਮੁੱਠੀ 'ਚ ਕਰੋ। ਇਹ ਹੁਣ ਸਿੱਖਾਂ ਨੂੰ ਪੂਰਾ ਮੁਕਾਉਣਾ ਵੀ ਨਹੀਂ ਚਾਹੁੰਦੇ। ਮੈਂ ਸਪਸ਼ਟ ਕਰਦਾ, ਜੇ ਸਿੱਖ ਮੁਕਾ ਲੈਣਗੇ ਤੇ ਇੱਥੇ ਲੜਨ ਵਾਲਾ ਕਿਹੜਾ ਵਾ? ਸਾਰੀਆਂ ਜੰਗਾਂ 'ਚ ਅਸੀਂ ਖੜੇ ਆ ਨਾ। ਪਰ ਇਹ ਚਾਹੁੰਦੇ ਆ ਵੀ ਸਿੱਖ ਚੱਲਣ ਸਾਡੇ ਤਰੀਕੇ ਨਾਲ, ਕਾਬੂ 'ਚ ਰਹਿਣ, ਸਾਡੇ ਕਾਬੂ 'ਚ ਰਹਿਣ। ਕਾਬੂ 'ਚ ਰਹਿਣ ਵੀ ਵੱਖਰੀ ਗੱਲ ਆ ਵੀ ਸਿੱਖ ਜਿਹੜੇ ਆ ਸਾਡੇ ਤਰੀਕੇ ਨਾਲ ਚੱਲਣ। ਸਿੱਖ ਸਾਡੇ ਤਰੀਕੇ ਨਾਲ ਤਾਂ ਚੱਲਣਗੇ ਜੇ ਇਹਨਾਂ ਦੀਆਂ ਸੰਸਥਾਵਾਂ ਸਾਡੀ ਮੁੱਠੀ 'ਚ ਹੋਣਗੀਆਂ। ਜਦੋਂ ਸੰਸਥਾਵਾਂ ਮੁੱਠੀ ਦੇ ਵਿੱਚ ਹੋਣਗੀਆਂ, ਮਨਮਰਜ਼ੀ ਦੇ ਫੈਸਲੇ ਕਰਾਵਾਂਗੇ। RP ਸਿੰਘ ਦਾ ਬਿਆਨ 22 ਦੇ ਵਿੱਚ ਪਹਿਲਾਂ ਅੱਜ ਵੀ ਆਇਆ ਉਹਨਾਂ ਨੇ ਕ੍ਰਿਸਚੀਅਨ ਸ਼੍ਰੋਮਣੀ ਕਮੇਟੀ ਨੂੰ। ਹੁਣ ਮੈਨੂੰ ਇੱਕ ਗੱਲ ਦੱਸੋ, SGPC ਜੋ ਆਪਣਾ ਕੰਮ ਕਰਦੀ ਆ, ਕਰ ਰਹੀ ਆ, ਇਹ RSS ਦੇ ਨਾਲ ਜੁੜੇ ਹੋਏ RP ਸਿੰਘ ਹੋਣੀ। RSS ਇੱਕ ਵੱਡੀ ਸੰਸਥਾ, ਸਰਕਾਰ ਦੇ ਇਹ ਨੁਮਾਇੰਦੇ ਆ। ਇਹਨਾਂ ਨੇ ਕੀ ਕੀਤਾ ਵੀ ਉਹਨਾਂ ਨੂੰ ਰੋਕਣ ਦੇ ਲਈ? ਤੁਸੀਂ ਡਾਂਗ ਨਾਲ ਥੋੜਾ ਰੋਕ ਸਕਦੇ ਹੋ।
ਤੁਸੀਂ ਕੋਈ ਕਾਨੂੰਨ ਦੇ ਦਾਇਰੇ 'ਚ ਹੀ ਰੋਕ ਸਕਦੇ, ਤੁਸੀਂ ਆਪਣੀ ਗੱਲ ਕਰ ਸਕਦੇ ਹੋ, ਉਹ ਆਪਣੀ ਗੱਲ ਕਰਨਗੇ, ਭਾਵੇਂ ਕਿ ਮੈਂ ਨਹੀਂ ਸਹਿਮਤ ਹੈਗਾ ਵੀ ਇਦਾਂ ਲਾਲਚ ਲੂਲਚ ਦੇ ਕੇ ਧਰਮ ਤਬਦੀਲ ਕਰਾਓ। ਉਹ ਤੋਂ ਬਾਅਦ ਮੈਂ ਜਦੋਂ ਕਹਿ ਰਿਹਾ ਵੀ ਸਿੱਖਾਂ ਨੂੰ ਮੁੱਠੀ 'ਚ ਕਿਉਂ ਕਰਨਾ ਇਹਨਾਂ ਲਈ ਜ਼ਰੂਰੀ, ਆਰਪੀ ਸਿੰਘ ਨੇ 6 ਅਕਤੂਬਰ ਨੂੰ ਵੀ ਇੱਕ ਬਿਆਨ ਦਿੱਤਾ ਹੈ, ਵਾਲਮੀਕ ਜੀ ਦਾ ਉਦੋਂ ਦਿਨ ਸੀ, ਉਹ ਕਹਿੰਦੇ ਵੀ ਵਾਲਮੀਕ ਜੀ ਹੈਗੇ ਸੀ ਤੇ ਲਵ ਕੁਸ਼ ਜੀ ਪੈਦਾ ਹੋਏ, ਲਵ ਕੁਸ਼ ਹੈਗੇ ਸੀ ਤੇ ਲਵ ਕੁਸ਼ ਦੀ ਵੰਸ਼ ਚੋਂ ਗੁਰੂ ਗੋਬਿੰਦ ਸਿੰਘ ਜਾਂ ਬਾਕੀ ਗੁਰੂ ਸਾਹਿਬ ਪੈਦਾ ਹੋਏ। ਕਹਿੰਦੇ ਅਸੀਂ ਆਪਣੀ ਪੱਗ ਨੂੰ ਹੱਥ ਲਾਇਆ, ਕਹਿੰਦੇ ਅਸੀਂ ਲਵ ਕੁਸ਼ ਦੀ ਕਿਰਪਾ ਦੇ ਨਾਲ ਆ। ਇਹੋ ਤੇ ਸਿੱਖ ਦਿੱਲੀ ਨੂੰ ਚਾਹੀਦੇ ਆ ਜਿਹੜੇ ਇਹ ਗੱਲ ਕਹਿਣ ਸਿੱਖ ਇੱਕ ਵੱਖਰੀ ਕੌਮ ਨਹੀਂ ਆ, ਜਿਹੜੇ ਇਹ ਕਹਿਣ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਣ, ਇਹ ਸਿੱਖ ਨਾ ਹੋਣ ਵੱਖਰੀ ਹੋਣ ਵਾਲੇ, ਜਿਹੜੇ ਹੱਥ ਜੋੜ ਕੇ ਕਹਿਣ ਜੀ ਅਸੀਂ ਤੁਹਾਡਾ ਹੀ ਇੱਕ ਹਿੱਸਾ, ਤੁਹਾਡਾ ਹੀ ਅੰਗ ਆ। ਤੋ ਸਿੱਖਾਂ ਨੂੰ ਬਾਹਰੋਂ ਖਤਮ ਕਰਨ ਲਈ, ਸਿੱਖਾਂ ਨੂੰ ਸੋਚ ਤੋਂ ਖਤਮ ਕਰਨ ਦੇ ਲਈ ਸਾਡੀਆਂ ਸੰਸਥਾਵਾਂ ਦੇ ਵਿੱਚ ਸਿੱਧਮ ਸਿੱਧਾ ਦਖਲ ਹੋ ਰਿਹਾ। ਸਿੱਖਾਂ ਨੂੰ ਸੁਚੇਤ ਰਹਿਣਾ ਚਾਹੀਦਾ। ਆਪਸੀ ਵਖਰੇਵਿਆਂ, ਲੜਾਈਆਂ ਝਗੜੇ ਵੱਡੀ ਗੱਲ ਨਹੀਂ ਆ, ਪਰ ਇਸ ਵੇਲੇ ਕੋਈ ਵੀ ਜਿਹੜਾ ਪ੍ਰਬੰਧ ਵਾ ਸਿੱਖਾਂ ਦੇ ਕੋਲ ਜਾਂ ਸਿੱਖ ਨੁਮਾਇੰਦਾ ਜਮਾਤਾਂ ਦੇ ਕੋਲ ਹੀ ਰਹਿਣਾ ਚਾਹੀਦਾ, ਸਰਕਾਰੀ ਬੋਲੀ ਬੋਲਣ ਵਾਲਿਆਂ ਕੋਲ ਨਹੀਂ ਜਾਣਾ ਚਾਹੀਦਾ। ਅੱਛਾ ਗੜਗੜ ਸਾਹਿਬ, ਹਾਲ ਹੀ ਦੇ ਵਿੱਚ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲਾ ਸੁਣਾਇਆ ਗਿਆ ਸੀਗਾ, ਕਿਉਂਕਿ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਜਾਂਦਾ ਹੈ ਇਹ ਮੰਗ ਕਰਕੇ ਕਿ ਆਹ ਬਾਈ ਇਲੈਕਸ਼ਨ ਹੈ, ਸਾਨੂੰ ਲੜਨ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਉਹ ਨਹੀਂ ਦਿੱਤੀ ਜਾਂਦੀ ਇਜਾਜ਼ਤ। ਉਹਨਾਂ ਨੂੰ ਕਿਹਾ ਜਾਂਦਾ ਕਿ ਸੁਖਬੀਰ ਬਾਦਲ ਨਹੀਂ ਲੜ ਸਕਦੇ ਜਾਂ ਫਿਰ ਪ੍ਰਚਾਰ ਦੇ ਵਿੱਚ ਵੀ ਹਿੱਸਾ ਨਹੀਂ ਲੈ ਸਕਦੇ, ਤੇ ਫਿਰ ਉਹ ਪਾਰਟੀ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਚਾਰੇ ਇਲੈਕਸ਼ਨ ਨਹੀਂ ਲੜਨੀਆਂ ਕਿਉਂਕਿ ਪ੍ਰਧਾਨ ਨਿੱਜੀ ਤੌਰ ਤੇ ਤਨਖਾਹੀਆ ਨਹੀਂ ਹੈ, ਜੋ ਵੀ ਫੈਸਲੇ ਲਏ ਉਹ ਪਾਰਟੀ ਨੇ ਲਏ ਜਾਂ ਪੂਰੇ ਪ੍ਰਬੰਧ ਨੇ ਲਏ। ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 4 ਜ਼ਿਮਨੀ ਚੋਣਾਂ ਨਾ ਲੜਨੀਆਂ, ਖੇਤਰੀ ਪਾਰਟੀ ਤੁਸੀਂ ਵਾਰ-ਵਾਰ ਕਹਿੰਦੇ ਹੋ ਕਿ ਉਹ ਖੇਤਰੀ ਪਾਰਟੀ ਦਾ ਇੱਕ ਲੰਬੇ ਵਕਫੇ ਬਾਅਦ ਇਸ ਤਰ੍ਹਾਂ ਬਾਈਕਾਟ ਕਰਨਾ ਇਲੈਕਸ਼ਨ ਦਾ, ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ ਹਰਪ੍ਰੀਤ ਸਿੰਘ ਜੀ, ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਨਾ, ਇਹ ਸਿਰਫ ਇੱਕ ਸਿਆਸੀ ਪਾਰਟੀ ਨਹੀਂ ਆ। ਸ਼੍ਰੋਮਣੀ ਅਕਾਲੀ ਦਲ ਜਿਹੜਾ ਗੁਰੂ ਪੰਥ ਹੈਗਾ ਵੱਡਾ ਸਾਡਾ ਸੋਮਾ, ਉਸ ਸੋਮੇ ਦੀ ਇੱਕ ਸ਼ਾਖਾ ਵੀ ਆ, ਗੁਰੂ ਖਾਲਸਾ ਪੰਥ ਦੀ। ਉਹਦੀ ਸ਼ਾਖਾ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਦੇ ਗੁਰੂ ਗ੍ਰੰਥ ਪ੍ਰਤੀ, ਪੰਥ ਪ੍ਰਤੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਤੀ ਬਹੁਤ ਵੱਡੇ ਫਰਜ਼ ਆ। ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਸ ਦਿਨ ਸਿੰਘ ਸਾਹਿਬ ਦਾ ਆ ਹੀ ਗਿਆ ਵੀ ਇਹ ਤਨਖਾਹੀਏ ਜਾਂ ਨਹੀਂ ਲੜ ਸਕਦੇ, ਸ਼੍ਰੋਮਣੀ ਅਕਾਲੀ ਦਲ ਨੇ ਗੁਰੂ ਪੰਥ ਨੂੰ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦਿਆਂ, ਕਿਉਂਕਿ ਗੱਲ ਜੇ ਸਿਰਫ ਸਿਆਸੀ, ਵੈਸੇ ਸਿਆਸੀ ਲੜਾਈ ਸਿਆਸੀ ਪਾਰਟੀਆਂ ਲਈ ਕੋਈ ਛੋਟੀ ਗੱਲ ਨਹੀਂ ਹੁੰਦੀ। ਤਿਆਗ ਕਰਨਾ ਸਿਆਸਤ ਦਾ ਸਭ ਤੋਂ ਵੱਡਾ ਔਖਾ ਹੁੰਦਾ, ਕਹਿਣਾ ਬੜਾ ਸੌਖਾ ਹੁੰਦਾ, ਪਰ ਉਹ ਸਿਆਸੀ ਤਿਆਗ ਕਰਨਾ ਬੜੀ ਵੱਡੀ ਗੱਲ ਆ। ਮੇਰੇ ਹਿਸਾਬ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਇਹ ਸਮਝਦਾ ਜਾਂ ਸੋਚਦਾ ਵਾ ਭਈ ਅਸੀਂ ਜਿੰਨਾ ਚਿਰ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਮਾਮਲੇ 'ਚੋਂ ਪੂਰੇ ਸੁਰਖਰੂ ਹੋ ਕੇ ਨਹੀਂ ਨਿਕਲਦੇ, ਉਹਨਾਂ ਚਿਰ ਤੱਕ ਅਸੀਂ ਇਹ ਇੱਦਾਂ ਦਾ ਜਿਹੜਾ ਕੋਈ ਵੀ ਪ੍ਰੋਸੈਸ ਵਾ ਉਹਦੇ ਤੋਂ ਬਾਹਰ ਰਹੀਏ। ਮਸਲਾ ਤੇ ਇਹੋ ਹੀ ਆ। ਹਾਂ, ਇਹ ਵੀ ਸਵਾਲ ਕਿਤੇ ਨਾ ਕਿਤੇ ਖੜੇ ਹੋ ਰਿਹਾ ਵੀ ਵਰਕਰ ਕਿੱਥੇ ਜਾਵੇ, ਕੇਡਰ ਕਿੱਥੇ ਜਾਵੇ, ਕਿਉਂਕਿ ਬੜੀ ਵੱਡੀ ਗੱਲ ਆ ਔਰ 140 ਸਾਲ ਪੁਰਾਣੀ ਪਾਰਟੀ ਆ ਔਰ ਇਹਨਾਂ ਹਲਕਿਆਂ 'ਚ ਅਕਾਲੀ ਦਲ ਦਾ ਬੜਾ ਵੱਡਾ ਕੇਡਰ ਜਾਂ ਬੇਸ ਹੈਗਾ ਉੱਥੇ, ਤਾਂ ਉਹ ਉਹਨਾਂ ਲਈ ਵੀ ਇੱਕ ਮੁਸ਼ਕਲ ਵਾਲੀ ਗੱਲ ਹੈਗੀ ਆ। ਪਰ ਵੇਖੋ ਜਿਹੜਾ ਵਰਕਰ ਜਾਂ ਕੇਡਰ ਵਾ ਉਹਨਾਂ ਨੂੰ ਵੀ ਪਤਾ ਵਾ ਵੀ ਕੁਝ ਹੋਰ ਵੀ ਤੁਹਾਨੂੰ ਚੰਗੇ ਪੰਥਕ ਜਿਹੜੇ ਦੇ ਸਕਦੇ ਜਾਂ ਨੋਟਾਂ ਤੇ ਹੈ ਹੀ ਆ, ਪਰ ਇਹ ਜਿਹੜਾ ਫੈਸਲਾ ਵਾ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ। ਔਰ ਮੈਂ ਇਹ ਗੱਲ ਫੇਰ ਦੁਹਰਾਉਣਾ ਜੀ, ਭਾਵੇਂ ਅਕਾਲੀ ਦਲ ਕੋ ਵੱਡੀਆਂ ਗਲਤੀਆਂ ਹੋਈਆਂ, ਉਹਦੀ ਮਾਫੀ ਇਹਨਾਂ ਨੂੰ ਪੰਥ ਕੋਲੋਂ ਮੰਗਣੀ ਪਊਗੀ, ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਜੋ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਸਕਦਾ, ਪੰਥ ਨੂੰ ਹੋ ਸਕਦਾ, ਦੁਨੀਆ ਦੀ ਕੋਈ ਵੀ ਦੂਜੀ ਪਾਰਟੀ ਖਾਸ ਕਰਕੇ ਪੰਜਾਬ 'ਚ ਜਿਹੜੀਆਂ ਰਾਜ ਕਰ ਰਹੀਆਂ ਧਿਰਾਂ ਵਾ, ਇਹ ਕਦੀ ਵੀ ਇਦਾਂ ਸਮਰਪਿਤ ਨਹੀਂ ਹੋ ਸਕਦੀਆਂ। ਉਹ ਇੱਕ ਕਹਾਵਤ ਹੈਗੀ ਨਾ ਵੀ ਆਪਣਾ ਮਾਰੂ ਤੇ ਛਾਵੇਂ ਹੀ ਸੁੱਟੂ, ਉਹ ਮਤਲਬ ਕਹਾਵਤਾਂ ਕੋਈ ਐਵੇਂ ਨਹੀਂ ਬਣੀਆਂ। ਹੁਣ ਜਿਹੜਾ ਅਸੀਂ ਇਹ ਤਰੀਕਾ ਫੜ ਲਿਆ ਨਾ, ਇਹ ਮੈਂ ਗੱਲ ਨਾਲ ਸਹਿਮਤ ਹਾਂ। ਮੰਨ ਲਓ ਠੰਡਲ ਸਾਹਿਬ ਹੁਣ ਛੱਡ ਗਏ ਜੇ ਸਿਆਸੀ ਤੌਰ ਤੇ, ਉਹ ਜਾਣ ਦੋ ਯਾਰ ਕੀ ਹੋ ਗਿਆ, ਕੋਈ ਹੋਰ ਜਾ ਰਿਹਾ, ਸਮਝੋ ਖੋਟ ਝੜਦੀ ਜਾਂਦੀ, ਝੜਨ ਦੋ, ਨਵਾਂ ਬੰਦਾ ਉੱਥੇ ਲਿਆਓ। ਖਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਬਣੀ ਪਾਰਟੀ ਆ, ਇੱਥੇ ਪਹਿਲੀ ਗੱਲ ਆ ਪੰਥਕ ਸਪਿਰਿਟ ਤੇ ਪੰਥਕ ਸੋਚ, ਪੰਥਕ ਏਜੰਡਾ ਤੇ ਪੰਥਕ ਸੋਚ ਲੈ ਉਹ ਅਕਾਲੀ ਦਲ ਨੂੰ ਕੋਈ ਨਾ ਖਤਮ ਕਰ ਸਕਦਾ, ਨਾ ਇਹ ਹੋ ਸਕਦਾ। ਮਸਲਾ ਤੇ ਸਿਰਫ ਪੰਥਕ ਏਜੰਡੇ ਦੇ ਉੱਤੇ ਆਉਣ ਦਾ। ਬਿਲਕੁਲ ਠੀਕ ਹੈ। ਇਹ ਗੱਲ ਕੁਝ ਸਮਾਂ ਪਹਿਲਾਂ ਜਥੇਦਾਰ ਸਾਹਿਬਾਨ ਵੱਲੋਂ ਵੀ ਕਹੀ ਗਈ ਸੀ ਕਿ ਪੰਜਾਬ ਦੀ ਭਲਾਈ ਦੇ ਲਈ ਤੇ ਪੰਥ ਦੀ ਭਲਾਈ ਦੇ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਬੜਾ ਜ਼ਰੂਰੀ ਹੈ। ਪਰ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦਾ ਇਹ ਕਹਿਣਾ ਪੰਥਕ ਹਲਕਿਆਂ ਦੇ ਵਿੱਚ ਪੰਥਕ ਲੋਕਾਂ ਨੂੰ ਇਹ ਕਹਿਣਾ ਉਸਦਾ ਅਸਰ ਹੋ ਰਿਹਾ ਜਾਂ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ ਜੀ, ਜਾਂ ਜ਼ਰੂਰੀ ਵੀ ਹੈ? ਦੇਖੋ ਜਿਹੜੀ ਪਾਰਟੀ ਬਣੀ ਸ਼੍ਰੀ ਅਕਾਲ ਤਖਤ ਸਾਹਿਬ ਤੇ, ਉਹਨੂੰ ਕੋਈ ਕਿੱਦਾਂ ਮੁਕਾ ਲੂਗਾ?
ਅਕਾਲੀ ਦਲ ਜਿਹੜਾ ਜ਼ਫਰਨਾਮੇ ਦਾ ਨਾ ਕਲਗੀਧਰ ਪਾਤਸ਼ਾਹ ਦਾ ਇੱਕ ਬਚਨ ਆ, ਜਦੋਂ ਉਹਨਾਂ ਨੇ ਔਰੰਗਜ਼ੇਬ ਨੂੰ ਚਿੱਠੀ ਲਿਖੀ, ਕਿਉਂਕਿ ਔਰੰਗਜ਼ੇਬ ਦੇ ਪ੍ਰਭਾਵ ਹੇਠ ਜਾਂ ਉਹਨੇ ਪੂਰਾ ਤਾਣ ਲਾਇਆ ਪਾਤਸ਼ਾਹ ਨੂੰ ਝੁਕਾਉਣ ਦੇ ਲਈ, ਪਰ ਸਾਹਿਬਜ਼ਾਦੇ ਸ਼ਹੀਦ ਕਰਤੇ, ਸਾਰਾ ਕੁਝ ਹੋ ਗਿਆ, ਪਰ ਪਾਤਸ਼ਾਹ ਨੇ ਕਿਹਾ ਸੀ ਕਿ ਤੂੰ ਪੰਜਾਬ ਦੀ ਧਰਤੀ ਤੇ ਪੈਰ ਰੱਖ, ਤੇਰੇ ਪੈਰਾਂ ਹੇਠ ਅਸੀਂ ਅੱਗ ਰੱਖ ਦਾਂਗੇ। ਇਹ ਨਾ ਸਮਝੀ ਵੀ ਗੁਰੂ ਦੇ 4 ਪੁੱਤ ਸ਼ਹੀਦ ਕਰਤੇ ਤੇ ਗੱਲ ਮੁੱਕ ਗਈ ਆ। ਅਜੇ ਗੁਰੂ ਦਾ ਲਾਡਲਾ ਖਾਲਸਾ ਜਿਹੜਾ ਭਚੰਗੀ ਆ, ਖਾਲਸਾ ਪੰਥ ਇਹ ਜਿੰਦਾ ਵਾ। ਤੂੰ ਆ ਤੇ ਸਹੀ, ਉੱਥੇ ਪੰਥ ਦੀ ਗੱਲ ਆ ਨਾ। ਬਿਲਕੁਲ ਠੀਕ। ਪੰਥ ਜਿਹੜਾ ਗੁਰੂ ਦਾ ਸਰੀਰ, ਅੱਜ ਆਤਮਾ ਗੁਰੂ ਦੀ ਗ੍ਰੰਥ ਚ ਆ। ਪੰਥ ਨੂੰ ਰਾਜਨੀਤਿਕ ਤੌਰ ਤੇ ਰਿਪਰੈਜ਼ੈਂਟ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ। ਤਾਂ ਜਿਵੇਂ ਕਲਗੀਧਰ ਪਾਤਸ਼ਾਹ ਨੇ ਕਿਹਾ ਨਾ ਵੀ ਜੇ ਕੋਈ ਬੰਦਾ, ਕਹਿੰਦੇ ਜੇ ਕੋਈ ਜੀਵ ਹੁਮਾ ਪੰਛੀ ਦੇ ਪਰਛਾਵੇਂ ਥੱਲੇ ਹੋਵੇ ਤੇ ਉਹਦਾ ਕੋਈ ਕੁਛ ਨਹੀਂ ਵਿਗਾੜ ਸਕਦਾ। ਮੈਂ ਸਲਾਹ ਦਿੰਦਾ ਸਾਰਿਆਂ ਅਕਾਲੀਆਂ ਲੀਡਰਾਂ ਨੂੰ, ਬਾਗੀਆਂ ਨੂੰ ਵੀ ਦਿੰਦਾ, ਇਹਨਾਂ ਨੂੰ ਵੀ ਦਿੰਦਾ ਵੀ ਆਪਾਂ ਸਾਰੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਪਰਛਾਵੇਂ ਹੇਠ ਆ ਜਾਈਏ। ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨਹੀਂ ਮਾਰ ਸਕਦਾ। ਸ਼੍ਰੋਮਣੀ ਅਕਾਲੀ ਦਲ ਸਮੁੱਚੇ ਸੰਘਰਸ਼ ਦੇ ਵਿੱਚੋਂ ਤਗੜਾ ਹੋ ਕੇ ਨਿਕਲੂਗਾ, ਵੱਡਾ ਹੋ ਕੇ ਨਿਕਲੂਗਾ। ਕੋਈ ਨਹੀਂ, ਗੱਲ ਮੈਂ ਫੇਰ ਕਹਿਣਾ, ਗੱਲ ਲੀਡਰਸ਼ਿਪ ਦੀ ਹੈ ਹੀ ਨਹੀਂ। ਜਿਹੜਾ ਇਹ ਸਵਾਲ ਉੱਠਿਆ ਹੋਇਆ ਨਾ ਵੀ ਲੀਡਰ ਮਾੜੇ ਆ, ਲੀਡਰਸ਼ਿਪ ਦੀ ਤੇ ਗੱਲ ਹੀ ਨਹੀਂ ਆ, ਗੱਲ ਤੇ ਏਜੰਡੇ ਦੀ ਆ। ਜਿੱਦਣ ਅਸੀਂ ਪੰਥਕ ਏਜੰਡੇ ਤੇ ਆ ਗਏ, ਇਹੋ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਆ ਜਿਨ੍ਹਾਂ ਦੇ ਬਾਰੇ ਸਾਰੇ ਕਹਿਣਗੇ ਵੀ ਇਹ ਕੌਮ ਦਾ ਮਤਲਬ ਚੰਗਾ ਬੰਦਾ। ਗੱਲ ਏਜੰਡੇ ਦੀ ਆ। ਜਿਹੜੇ ਅੱਜ ਇਹ ਨੁਕਸ ਕੱਢ ਰਹੇ ਆ, ਮੈਨੂੰ ਦੱਸੋ ਵੀ ਇਹਨਾਂ 'ਚ ਦੁੱਧ ਧੋਤਾ ਕਿਹੜਾ? ਆ ਥੋੜੇ ਦਿਨ ਪਹਿਲਾਂ ਸਰਦਾਰ ਚੰਦੂ ਮਾਜਰਾ ਸਾਹਿਬ ਕਸ਼ਮੀਰ 'ਚ ਕੀ ਗੁੱਲ ਖਿਲਾ ਕੇ ਆਏ, ਉਹ ਬੰਦਾ ਜਿੱਤ ਗਿਆ ਵੈਸੇ? ਮੈਨੂੰ ਦੱਸੋ ਵੀ ਕੀ ਕਰ ਰਹੇ ਸੀ। ਦੂਜਾ ਆਪਣੇ ਅਖੀਰ ਤੱਕ ਇਹ ਕਹਿੰਦੇ ਰਿਹਾ ਬੀਜੇਪੀ ਨਾਲ ਕਰ ਲਓ, ਸਮਝੌਤਾ ਕਰ ਲਓ। ਜਿੱਦਣ 28 ਸੈਕਟਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਇਲੈਕਸ਼ਨ ਤੋਂ ਪਹਿਲਾਂ ਵੀ ਅਸੀਂ ਮੁੱਦਿਆਂ ਤੋਂ ਬਿਨਾਂ ਬੀਜੇਪੀ ਦੇ ਨਾਲ ਅਲਾਈਅੰਸ ਨਹੀਂ ਕਰਾਂਗੇ। ਇੱਕ ਇਹਦੇ ਸਿੱਖ ਕਾਰਕੁਨ ਮੈਂ ਦੇਖਿਆ ਸੀ, ਭਾਵੇਂ ਅਸੀਂ ਵੀ ਅਕਾਲੀ ਦਲ ਦੀ ਲੋਚਨਾ ਸਮੇਂ-ਸਮੇਂ ਤੇ ਕਰਦੇ ਹਾਂ, ਉਦਣ ਭਾਰਤ ਦੇ ਵਿੱਚ ਇੱਥੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰੇ ਸਿੱਖ ਖੁਸ਼ ਸੀ, ਵਿਦੇਸ਼ਾਂ 'ਚ ਵੀ ਖੁਸ਼ ਸੀ ਵੀ ਚੰਗਾ ਫੈਸਲਾ। ਹੁਣ ਉਦਣ ਦਾ ਹੀ ਨਵਾਂ ਫਸਾਦ ਸ਼ੁਰੂ ਹੋ ਗਿਆ ਵੀ ਜੇ ਤੇ ਤੁਸੀਂ ਸਾਰੀਆਂ ਗੱਲਾਂ ਇਹਨਾਂ ਦੀਆਂ ਝੁਕ ਕੇ ਮੰਨੀ ਜਾਓ ਬੀਜੇਪੀ ਦੀਆਂ ਤੇ ਫਿਰ ਠੀਕ ਆ, ਜੇ ਨਹੀਂ ਮੰਨੋਗੇ ਤੁਹਾਡੇ ਅੰਦਰੋਂ ਹੀ ਬੰਦੇ ਖੜੇ ਕਰਕੇ ਉਹਨਾਂ ਕਹਿਣਾ ਅਕਾਲੀ ਦਲ ਹੀ ਤੋੜ ਦਿਓ, ਅਕਾਲੀ ਦਲ ਹੀ ਖਤਮ ਕਰ ਦਿਓ। ਤੋ ਅਕਾਲੀ ਦਲ ਨਹੀਂ ਮੁੱਕੂਗਾ, ਅਕਾਲੀ ਦਲ ਤਗੜਾ ਕੇ ਨਿਕਲੂਗਾ ਤੇ ਅਕਾਲੀ ਦਲ ਦਾ ਤਗੜਾ ਹੋਣਾ ਪੰਜਾਬ ਤੇ ਪੰਥ ਲਈ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਇਹ ਐਸਜੀਪੀਸੀ ਦਾ ਵੀ ਰਾਵਲ ਦਸਤਾ ਤੇ ਗੁਰੂ ਪੰਥ ਦਾ ਇੱਕ ਪੋਲੀਟੀਕਲ ਜਮਾਤ ਜਿਹੜੀ ਹੈਗੀ। ਹਾਂ, ਮੈਂ ਫੇਰ ਇਹ ਗੱਲ ਕਹਿਣਾ, ਆਉਣਾ ਇਹਨਾਂ ਨੂੰ ਪੰਥਕ ਏਜੰਡੇ ਤੇ ਪੈਣਾ। ਜਿਵੇਂ ਚੰਦਰਬਾਬੂ ਨਾਇਡੂ ਨੇ ਕਿਹਾ ਨਾ ਵੀ ਜਿਹਦੇ 2 ਬੱਚੇ ਨਹੀਂ ਆ ਉਹ ਲੋਕਲ ਬੋਡੀ ਦੀ ਇਲੈਕਸ਼ਨ ਹੀ ਲੜ ਸਕਦਾ। ਸਟਾਲਿਨ ਨੇ ਵੀ ਲਗਭਗ ਉਦਾਂ ਦੀ ਗੱਲ ਕਹਿ ਦਿੱਤੀ। ਅੱਜ ਪੰਜਾਬ 'ਚ ਸਿੱਖ ਘੱਟ ਗਿਣਤੀ 'ਚ ਹੋ ਰਹੀ ਹੈ। ਮੈਂ ਕੱਲੇ ਸਿੱਖਾਂ ਦੀ ਨਹੀਂ, ਪੰਜਾਬੀਆਂ ਦੀ ਗੱਲ ਕਰ ਲੈਣਾ। ਇਹ ਗੱਲ ਕਾਂਗਰਸ ਕਹੂਗੀ ਕਦੀ ਪੰਜਾਬੀਆਂ ਲਈ? ਕਿਉਂਕਿ ਉਹਨਾਂ ਦੇ ਹਰਿਆਣਾ ਵੀ ਲੜਨਾ, ਉਹਨਾਂ ਰਾਜਸਥਾਨ ਵੀ ਲੜਨਾ। ਬੀਜੇਪੀ ਕਹੂਗੀ, ਆ ਝਾੜੂ ਵਾਲੇ ਟੋਪੀ ਮਾਰਕਾ ਵਾਲੇ ਕਹਿਣਗੇ ਨਹੀਂ ਕਹਿਣਗੇ। ਇਹ ਗੱਲ ਸਿਰਫ ਅਕਾਲੀ ਦਲ ਕਹਿ ਸਕਦਾ, ਭਾਵੇਂ ਇਹਨਾਂ ਚੋਣ ਮੈਨੀਫੈਸਟੋ 'ਚ ਐਤਕੀ ਇਹ ਗੱਲ ਪਾਈ। ਮਸਲਾ ਇਹ ਆ ਵੀ ਆਪਾਂ ਪਾਰਟੀ ਨੂੰ ਪੰਥਕ ਬਣਾਈਏ। ਮਸਲਾ ਇਹ ਨਹੀਂ ਹੈਗਾ ਵੀ ਆਪਾਂ ਹੁਣ ਦੁਰੇ ਕਰਦੇ ਆ, ਸਾਰੀ ਪਾਰਟੀ ਮਾਰ ਦਈਏ ਤੇ ਸਾਰੇ ਲੀਡਰਾਂ ਦੀ ਜਿਹੜੀ ਭਰੋਸੇਯੋਗਤਾ ਨੂੰ ਖਤਮ ਕਰ ਦਈਏ। ਅੱਜ ਇਕੱਠੇ ਹੋਣ ਦੀ ਵੀ ਲੋੜ ਆ ਤੇ ਤਗੜੇ ਹੋਣ ਦੀ ਵੀ ਲੋੜ ਆ। ਚਲੋ, ਬਹੁਤ ਬਹੁਤ ਧੰਨਵਾਦ ਕੁਲਦੀਪ ਸਿੰਘ ਗੜਗੜ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਤਮਾਮ ਮੁੱਦੇ ਤੇ ਚਾਨਣਾ ਪਾਉਣ ਦੇ ਲਈ। ਸੋ ਇਸ ਸਰਦਾਰ ਕੁਲਦੀਪ ਸਿੰਘ ਗੜਗੜ ਸਾਹਿਬ ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ, ਚਾਨਣਾ ਪਾਇਆ, ਪੰਥਕ ਮੁੱਦੇ ਜਿਹੜੇ ਨੇ ਉਹਨਾਂ ਬਾਰੇ ਚਾਨਣਾ ਪਾਇਆ। ਔਰ ਸਿੱਖ ਭਾਈਚਾਰੇ ਦੀ ਜਾਂ ਕੌਮ ਦੀ ਮੈਨੂੰ ਲੱਗਦਾ ਇੱਕ ਤਰਾਸਦੀ ਵੀ ਹੈ ਕਿ ਸਿੱਖ ਬੁੱਧੀਜੀਵੀ ਜਿਹੜੇ ਚੁੱਪ ਹੋ ਕੇ ਬੈਠ ਗਏ ਨੇ। ਬਹੁਤ ਸਾਰੇ ਮਸਲੇ ਅਜਿਹੇ ਹੁੰਦੇ ਨੇ ਜਿੱਥੇ ਤੁਹਾਨੂੰ ਬੋਲਣ ਦੀ ਲੋੜ ਹੈ, ਜਿੱਥੇ ਸੰਵਾਦ ਕਰਨ ਦੀ ਜ਼ਰੂਰਤ ਹੁੰਦੀ ਹੈ। ਜਦੋਂ ਵੀ ਕੋਈ ਪੰਥਕ ਮੁੱਦੇ ਆਉਂਦੇ ਨੇ ਉਦੋਂ ਬੁੱਧੀਜੀਵੀਆਂ ਵੱਲੋਂ ਸਿਰਫ ਚੁੱਪ ਕਰਕੇ ਬੈਠ ਜਾਣਾ ਵੀ ਇੱਕ ਤਰ੍ਹਾਂ ਦੇ ਨਾਲ ਪੰਥਕ ਨੁਕਸਾਨ ਦੇ ਵਿੱਚ ਗਿਣਿਆ ਜਾਂਦਾ। ਦੇਸ਼ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।